ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪੰਜਵਾ। ਮਿਲ ਸਤਿਗੁਰ ਸਭ ਦੁਖ ਗਿਆ, ਹਰ ਸੁਖ ਵਸਿਆ ਮਨ ਆਏ। ਧੰਨ ਧੰਨ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਗਰੀਬ ਨਵਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪਣੀ ਪਾਵਨ ਰਸਨਾ ਤੋਂ ਸ੍ਰੀ ਰਾਗ ਮਹੱਲਾ ਪੰਜਵਾ ਦੇ ਸਿਰਲੇਖ ਹੇਠ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ। ਖਾਲਸਾ ਜੀ, ਜੀਵ ਦੀ ਜਦੋਂ ਪੈਦਾਇਸ਼ ਹੋਈ ਹੈ ਸੰਸਾਰ ਦੇ ਉੱਪਰ, ਤੇ ਜਦੋਂ ਮਾਤਾ ਦੇ ਗਰਭ ਦੇ ਵਿੱਚ ਸੀ ਉਸ ਸਮੇਂ ਤੇ ਬੜੀਆਂ ਜ਼ਿਆਦਾ ਅਰਦਾਸਾਂ ਬੇਨਤੀਆਂ ਕਰਦਾ ਸੀ। ਜਦੋਂ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕਿਆ ਹੋਇਆ ਸੀ, ਉਸ ਸਮੇਂ ਇਸ ਦੀ ਇੱਕੋ ਹੀ ਅਰਦਾਸ ਸੀ, ਇਹ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਮੈਨੂੰ ਇਸ ਮਾਤਾ ਦੇ ਗਰਭ ਦੀ ਜੋ ਗੰਦਗੀ ਹੈ ਉਸ ਦੇ ਵਿੱਚੋਂ ਬਾਹਰ ਕੱਢ। ਕਿਉਂਕਿ ਜਦੋਂ ਮਨੁੱਖ ਹੈ ਜੋ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ ਤੇ ਉਸ ਦੇ ਮੁਖ ਦੇ ਅੱਗੋਂ ਲਹੂ ਪਾਕ ਵਿਸ਼ਟਾ ਇਤਿਆਦਿਕ ਹੋਰ ਜਿਤਨੇ ਵੀ ਗੰਦੇ ਪਦਾਰਥ ਆ ਉਸ ਦੇ ਮੂੰਹ ਦੇ ਅੱਗੋਂ ਦੀ ਹੋ ਕੇ ਲੰਘਦੇ ਆ, ਤੇ ਉਸ ਭਿਆਨਕ ਅਤੇ ਜੋ ਗੰਦਾ ਸਥਾਨ ਹੈ ਜਿਸ ਦੇ ਵਾਸਤੇ, ਜਿਸ ਤੋਂ ਬਾਹਰ ਨਿਕਲਣ ਵਾਸਤੇ ਮਨੁੱਖ ਹਮੇਸ਼ਾ ਹੀ ਅਰਦਾਸਾਂ ਕਰਦਾ ਸੀ ਕਿ ਮਹਾਰਾਜ ਮੈਨੂੰ ਇਸ ਗੰਦਗੀ ਦੇ ਵਿੱਚੋਂ ਬਾਹਰ ਕੱਢ, ਤਾਂ ਜੋ ਮੈਂ ਆਪ ਜੀ ਦਾ ਨਾਮ ਜਪ ਸਕਾਂ। ਪਰ ਜਦੋਂ ਹੀ ਜੀਵ ਦੀ ਪੈਦਾਇਸ਼ ਹੋਈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਉਦੋਂ ਹੀ ਫਿਰ ਇਸ ਨੂੰ ਭੁੱਲ ਗਿਆ ਕਿ ਮੈਂ ਪਹਿਲਾਂ ਗਰਭ ਦੇ ਵਿੱਚ ਕੀ ਅਰਦਾਸਾਂ ਕਰਦਾ ਸਾਂ, ਕੀ ਮੈਂ ਮਹਾਰਾਜ ਪਰਮੇਸ਼ਰ ਵਾਹਿਗੁਰੂ ਨੂੰ ਕੀ ਵਚਨ ਦਿੱਤਾ ਸੀ। ਉਹ ਚੀਜ਼ ਜਦੋਂ ਲਿਵ ਛੁੜਕੀ, ਜਦੋਂ ਲਿਵ ਟੁੱਟ ਗਈ ਪਰਮੇਸ਼ਰ ਤੋਂ, ਜਦੋਂ ਹੀ ਜੰਮਿਆ ਮਾਂ ਦੀ ਕੁੱਖ ਤੋਂ, ਉਦੋਂ ਜਦੋਂ ਦਾਈ ਨੇ ਜਾਂ ਡਾਕਟਰ ਨੇ ਇਸ ਦੀ ਧੁਨੀ ਕੱਟੀ, ਉਸੇ ਸਮੇਂ ਹੀ ਪਰਮੇਸ਼ਰ ਦੇ ਨਾਲ ਲਿਵ ਛੁੱਟ ਗਈ ਤੇ ਲੱਗੀ ਤ੍ਰਿਸ਼ਨਾ। ਉਸੇ ਸਮੇਂ ਤ੍ਰਿਸ਼ਨਾ ਦੀ ਅੱਗ ਹੈ ਜੋ ਉਹ ਬਲ ਗਈ ਤੇ ਫਿਰ ਮਾਇਆ ਦੇ ਨਾਲ ਇਸ ਦਾ ਚਿੱਤ ਲੱਗ ਗਿਆ। ਉਦੋਂ ਪਰਮੇਸ਼ਰ ਵੀ ਭੁੱਲ ਗਿਆ ਤੇ ਆਪਣੇ ਇੱਥੇ ਆਉਣ ਦਾ ਜੋ ਮੁੱਖ ਕਾਰਨ ਸੀ ਉਹ ਵੀ ਭੁੱਲ ਗਿਆ। ਮੁੱਖ ਕਾਰਨ ਕੀ ਸੀ? ਭਈ ਪ੍ਰਾਪਤ ਮਾਨੁਖ ਦੇ ਹਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ। ਅਵਰ ਕਾਜ ਤਿਰਕ ਪੈ ਨ ਕਾਮਿਲ, ਸਾਧ ਸੰਗਤ ਭਜ ਕੇਵਲ ਨਾਮ। ਇਹ ਜੋ ਕਾਰਨ ਸੀ ਇਹ ਤੇ ਭੁੱਲ ਹੀ ਗਿਆ ਕਿ ਇੱਥੇ ਆ ਕੇ ਪਰਮੇਸ਼ਰ ਦੇ ਨਾਲ ਇਕਮਿਕ ਹੋਣਾ ਸੀ, ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਭੇਦ ਹੋਣਾ ਸੀ। ਤੇ ਅਭੇਦ ਕਿਸ ਤਰ੍ਹਾਂ ਹੋਇਆ ਜਾਂਦਾ ਹੈ? ਸੱਚੇ ਗੁਰਾਂ ਦੇ ਮਿਲਾਪ ਦੇ ਕਾਰਨ। ਜਿਵੇਂ ਆਪਾਂ ਮੰਗਲ ਦੇ ਵਿੱਚ ਪੜ੍ਹਦੇ ਨਾ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਦਵੈਤ ਸਰੂਪ ਪਰਮੇਸ਼ਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਚਿੰਤ ਆਨੰਦ ਰੂਪ ਹੈ, ਉਹ ਸੱਚੇ ਗੁਰਾਂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਤੇ ਸੱਚੇ ਗੁਰਾਂ ਦੀ ਪ੍ਰਾਪਤੀ ਜਿੰਨਾ ਚਿਰ ਮਨੁੱਖ ਨੂੰ ਨਾ ਹੋਵੇ, ਉਤਨਾ ਚਿਰ ਮਨੁੱਖ ਦਾ ਜੀਵਨ ਇਸ ਤਰ੍ਹਾਂ ਹੁੰਦਾ ਹੈ ਕਿ ਜਿਵੇਂ ਕਿਸੇ ਖੇਤੀ ਨੂੰ ਪਾਣੀ ਨਾ ਮਿਲੇ, ਕਿਸੇ ਦਰਖਤ ਨੂੰ, ਬੂਟੇ ਨੂੰ ਪਾਣੀ ਨਾ ਮਿਲੇ ਤੇ ਉਹ ਸੁੱਕਾ ਹੀ ਰਹਿ ਜਾਂਦਾ ਹੈ, ਸੁੱਕ ਕੇ ਫਿਰ ਉਹ ਸੜ ਜਾਂਦਾ ਹੈ। ਇਸੇ ਤਰ੍ਹਾਂ ਹੀ ਜੀਵ ਆਤਮਾ ਨੂੰ ਜਦੋਂ ਸੱਚੇ ਗੁਰਾਂ ਦਾ ਉਪਦੇਸ਼ ਰੂਪੀ ਪਾਣੀ ਨਾ ਮਿਲੇ ਜਾਂ ਮਿਲਾਪ ਰੂਪੀ ਪਾਣੀ ਨਾ ਮਿਲੇ, ਉਤਨਾ ਚਿਰ ਮਨੁੱਖ ਦੀ ਜਿਹੜੀ ਆਤਮਾ ਉਹ ਸੁੱਕ ਸੜ ਜਾਂਦੀ ਹੈ। ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰਦੇ ਆ, ਮਿਲ ਸਤਿਗੁਰ ਸਭ ਦੁੱਖ ਗਿਆ, ਹਰ ਸੁਖ ਵਸਿਆ ਮਨ ਆਏ। ਸੱਚੇ ਗੁਰਾਂ ਦੇ ਮਿਲਾਪ ਕਰਕੇ ਸਾਰਾ ਹੀ ਜੋ ਜੰਮਣ ਮਰਨ ਦਾ ਦੁੱਖ ਸੀ ਚਲਿਆ ਗਿਆ
ਹਰ ਸੁਖ ਵਸਿਆ ਮਨ ਆਏ। ਜੋ ਹਰੀ ਅਕਾਲ ਪੁਰਖ ਸੁਖ ਸਰੂਪ ਹੈ, ਮਨ ਦੇ ਵਿੱਚ ਆ ਕੇ ਵਸ ਗਿਆ। ਅੰਤਰ ਜੋਤ ਪ੍ਰਗਾਸੀਆ ਏਕਸ ਸੋ ਲਿਵ ਲਾਏ। ਫਿਰ ਅੰਤఃਕਰਨ ਦੇ ਵਿੱਚ ਜੋ ਪਰਮੇਸ਼ਰ ਦੀ ਬ੍ਰਹਮ ਜੋਤੀ ਹੈ, ਉਸ ਦਾ ਪ੍ਰਕਾਸ਼ ਹੋ ਗਿਆ। ਇਸ ਤਰ੍ਹਾਂ 6 ਜੋਤੀਆਂ ਮੰਨੀਆਂ ਗਈਆਂ ਸੰਸਾਰ ਦੇ ਵਿੱਚ। ਚੰਦ, ਸੂਰਜ, ਤਾਰੇ, ਤੋ ਬਿਜਲੀ ਦੀ ਜੋ ਆਕਾਸ਼ੀ ਬਿਜਲੀ ਦੀ ਜੋ ਲਾਈਟ ਹੈ, ਇੱਕ ਉਹ ਵਾਲੀ, ਤੇ ਦੂਜੀ ਅਗਨੀ ਦੀ ਜੋ ਰੋਸ਼ਨੀ ਹੈ, ਤੇ 6ਵੀਂ ਹੈ ਜਿਹੜੀ ਅਪਰਤੱਖ, ਜਿਹੜੀ ਬਿਜਲੀ ਪਾਣੀ ਤੋਂ ਪੈਦਾ ਕੀਤੀ ਜਾਂਦੀ ਹੈ ਜਾਂ ਹੋਰ ਪਦਾਰਥਾਂ ਤੋਂ ਪੈਦਾ ਕੀਤੀ ਜਾਂਦੀ, ਇੱਕ ਇਹ ਵਾਲੀ ਬਿਜਲੀ। ਇਸ ਤਰ੍ਹਾਂ 6 ਜੋਤੀਆਂ ਮੰਨੀਆਂ ਗਈਆਂ। ਇਹਨਾਂ 6 ਜੋਤੀਆਂ ਨੂੰ ਪ੍ਰਕਾਸ਼ ਕਰਨ ਵਾਲੀ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਬ੍ਰਹਮ ਜੋਤੀ ਹੈ। ਜੋ ਬ੍ਰਹਮ ਜੋਤੀ ਮਨੁੱਖ ਦੇ ਅੰਤঃਕਰਨ ਦੇ ਵਿੱਚ ਪ੍ਰਕਾਸ਼ ਹੋ ਗਈ। ਅੰਤਰ ਜੋਤ ਪ੍ਰਗਾਸੀਆ, ਅੰਤঃਕਰਨ ਦੇ ਵਿੱਚ ਫਿਰ ਬ੍ਰਹਮ ਜੋਤੀ ਦਾ ਪ੍ਰਕਾਸ਼ ਹੋ ਗਿਆ। ਜਦੋਂ ਸੱਚੇ ਗੁਰਾਂ ਦਾ ਮਿਲਾਪ ਹੋਇਆ, ਏਕ ਸਿਓ ਲਿਵ ਲਾਏ, ਫਿਰ ਹੋਰਾਂ ਦੇ ਨਾਲ ਜਿਹੜੀ ਲਿਵ ਸੀ ਉਹ ਛੁੱਟ ਗਈ। ਜੋ ਸੰਸਾਰ ਦੇ ਝੂਠੇ ਧੰਦਿਆਂ ਦੇ ਵਿੱਚ ਜੋ ਚਿੱਤ ਲਾਇਆ ਹੋਇਆ ਸੀ, ਸੰਸਾਰ ਦੇ ਝੂਠੇ ਧੰਦਿਆਂ ਦੇ ਵਿੱਚ ਜਿਹੜੀ ਲਿਵ ਲੱਗੀ ਹੋਈ ਸੀ, ਉਹ ਛੁੱਟ ਗਈ। ਫਿਰ ਇੱਕੋ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਲਿਵ ਲੱਗ ਗਈ। ਮਿਲ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਏ। ਮਿਲ ਸਾਧੂ ਮੁਖ ਉਜਲਾ, ਸਾਧੂ ਸੰਤ ਮਹਾਤਮਾ ਦੇ ਮਿਲਾਪ ਦੇ ਨਾਲ ਮੁਖ ਉਜਲਾ, ਜੋ ਮੁਖੜਾ ਹੈ ਪਵਿੱਤਰ ਹੋ ਗਿਆ। ਪੂਰਬ ਲਿਖਿਆ ਪਾਏ, ਇਹ ਕਿਸ ਤਰ੍ਹਾਂ ਹੋਇਆ? ਜਿਹੜੇ ਪੂਰਬਲੇ ਜਿਹੜੇ ਪ੍ਰਾਰਬਧ ਦੇ ਨਿਸ਼ਕਾਮ ਕਰਮ ਸਨ, ਉਹਨਾਂ ਦੇ ਨਾਲ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧੁਰੋਂ ਹੀ ਲਿਖੇ ਸਨ, ਉਹਨਾਂ ਦੇ ਕਰਕੇ ਹੀ ਇਹ ਪੂਰਨ ਸਾਧੂਆਂ ਦੇ ਨਾਲ ਮਿਲਾਪ ਹੋਇਆ, ਸੱਚੇ ਗੁਰਾਂ ਦੇ ਨਾਲ ਮਿਲਾਪ ਹੋਇਆ, ਸੱਚੇ ਗੁਰਾਂ ਦੀ ਪ੍ਰਾਪਤੀ ਹੋਈ ਤੇ ਮੁਖੜਾ ਪਵਿੱਤਰ ਹੋ ਗਿਆ। ਗੁਣ ਗੋਬਿੰਦ ਨਿਤ ਗਾਵਨੇ ਨਿਰਮਲ ਸਾਚੈ ਨਾਏ। ਗੁਣ ਗੋਬਿੰਦ ਨਿਤ ਗਾਵਣੇ, ਤੇ ਜਦੋਂ ਪੂਰਨ ਸਾਧੂਆਂ ਦੇ ਨਾਲ ਮਿਲਾਪ ਹੋਇਆ, ਉਹਨਾਂ ਦੀ ਸਤ ਸੰਗਤ ਪ੍ਰਾਪਤ ਹੋਈ। ਗੁਣ ਗੋਬਿੰਦ ਨਿਤ ਗਾਵਣੇ, ਐਸੀ ਅਵਸਥਾ ਦੇ ਅਭਿਮਾਨੀ ਬਣ ਗਏ ਤੇ ਨਿਤਾ ਪ੍ਰਤੀ ਹੀ ਗੋਬਿੰਦ, ਜੋ ਗੋਬਿੰਦ ਧਰਤੀ ਦਾ ਜੋ ਰਖਣਹਾਰ ਪਰਮੇਸ਼ਰ ਹੈ, ਉਸ ਦੇ ਨਿਤਾ ਪ੍ਰਤੀ ਹੀ ਦਿਨ ਰਾਤ ਹੀ ਗੁਣ ਗਾਉਣੇ ਕੀਤੇ। ਨਿਰਮਲ ਸਾਚੈ ਨਾਏ, ਤੋ ਜਿਤਨੀਆਂ ਵੀ ਮਲ ਵਿਖੇਪ ਅਵਿਦਿਆ ਅਵਰਨ, ਇਹ ਜਿਹੜੀਆਂ ਮੈਲਾ ਸੀ, ਇਹਨਾਂ ਤੋਂ ਰਹਿਤ ਹੋ ਗਏ ਸੱਚੇ ਨਾਮ ਦੇ ਨਾਲ। ਮੇਰੇ ਮਨ ਗੁਰ ਸਬਦੀ ਸੁਖ ਹੋਏ। ਏ ਮੇਰੇ ਮਨ ਗੁਰ ਸਬਦੀ ਸੁਖ ਹੋਏ। ਜੇ ਤੂੰ ਇਸ ਤਰ੍ਹਾਂ ਦਾ ਸੁਖ ਭਾਲਣਾ ਚਾਹੁੰਦਾ ਹੈ ਨਾ, ਜੇ ਇਸ ਤਰ੍ਹਾਂ ਦੇ ਸੁਖ ਦੀ ਭਾਲ ਕਰਦਾ ਹੈ, ਤੇ ਫਿਰ ਉਹ ਪੂਰਨ ਗੁਰਾਂ ਦੇ ਜਿਹੜਾ ਸ਼ਬਦ ਹੈ, ਉਸ ਦੇ ਅਭਿਆਸ ਦੇ ਕਾਰਨ ਹੀ ਇਹ ਸੁਖ ਸਰੂਪ ਦੀ ਪ੍ਰਾਪਤੀ ਹੋਵੇਗੀ। ਗੁਰ ਪੂਰੇ ਕੀ ਚਾਕਰੀ ਬਿਰਥਾ ਜਾਏ ਨਾ ਕੋਈ। ਪੂਰੇ ਗੁਰੂਆਂ ਦੀ ਜਿਹੜੀ ਚਾਕਰੀ ਹੈ, ਸੇਵਾ ਕਰਨੀ, ਉਹ ਕਦੇ ਵੀ ਅਜਾਈ ਨਹੀਂ ਜਾਂਦੀ ਖਾਲਸਾ ਜੀ। ਜੀਵ ਦੇ ਮਨ ਦੇ ਵਿੱਚ ਜਦੋਂ ਕਿਤੇ ਹਫਤਾ 10 ਦਿਨ ਸੇਵਾ ਕਰ ਲਵੇ, ਤੇ ਮਨ ਦੇ ਵਿੱਚ ਇਸ ਤਰ੍ਹਾਂ ਫਿਰਨਾ ਉੱਠ ਪੈਂਦਾ ਕਿ ਮੇਰੇ ਜਿਹੜੇ ਮਨ ਦੀ ਇੱਛਾ ਹੈ ਪੂਰੀ ਨਹੀਂ ਹੋਈ, ਖੋਰੇ ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਹੈ ਕਿ ਨਹੀਂ ਹੋਣੀ, ਜਾਂ ਮੇਰੇ ਜੋ ਮਨ ਦੀ ਇੱਛਾ ਹੈ ਪੂਰੀ ਹੋਣੀ ਹੈ ਕਿ ਨਹੀਂ ਹੋਣੀ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਗੱਲ ਦਾ ਸਬੂਤ ਦਿੰਦੇ, ਗੁਰਪੂਰੇ ਕੀ ਚਾਕਰੀ ਬਿਰਥਾ ਜਾਏ ਨਾ ਕੋਏ। ਦਾ ਮਹਾਰਾਜ ਦੀ ਪਾਵਨ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਬਖਸ਼ਿਸ਼ ਵੀ ਕਰਦੇ ਆ, ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰ। ਜਿਹੜੀ ਗੁਰੂਆਂ ਪੀਰਾਂ ਦੀ ਚਾਕਰੀ ਕਰਨੀ, ਸੇਵਾ ਕਰਨੀ ਹੈ, ਥੋੜੀ ਔਖੀ ਤੇ ਹੁੰਦੀ ਹੈ, ਪਰ ਇਸ ਦਾ ਜਿਹੜਾ ਸੁਖ ਹੈ ਬਹੁਤਾ ਜ਼ਿਆਦਾ ਹੁੰਦਾ। ਸਦੀਵ ਕਾਲ ਵਾਸਤੇ ਇਸ ਦਾ ਸੁਖ ਪ੍ਰਾਪਤ ਹੁੰਦਾ ਹੈ। ਸ਼ੁਰੂ ਦੇ ਵਿੱਚ ਜਦੋਂ ਕਿਤੇ ਫਸਲ ਵੀ ਕੋਈ ਬੀਜਣੀ ਹੋਵੇ ਤੇ ਬੜੀ ਜ਼ਿਆਦਾ ਮਿਹਨਤ ਕਰਨੀ ਹੁੰਦੀ ਹੈ, ਤੇ ਜੇ ਕਿਸਾਨ ਇਹੋ ਹੀ ਮੰਨ ਲਏ ਕਿ ਮੈਂ ਮਿਹਨਤ ਨਾ ਕਰਾਂ ਤੇ ਫਿਰ ਖੇਤੀ ਜਿਹੜੀ ਹੈ ਆਪਣੇ ਆਪ ਹੀ ਉਪਜ ਜਾਵੇ ਤੇ ਮਿਹਨਤ ਕੋਈ ਕਰਨੀ ਨਾ ਪਵੇ, ਤੇ ਇਸ ਤਰ੍ਹਾਂ ਫਿਰ ਫਸਲ ਜਿਹੜੀ ਹੈ ਨਾ ਤੇ ਉਹ ਫਲਦਾਰ ਹੋਵੇਗੀ ਤੇ ਨਾ ਹੀ ਉਸ ਤੋਂ ਵਧੇਰਾ ਕੋਈ ਝਾੜ ਪ੍ਰਾਪਤ ਹੋਵੇਗਾ। ਇਸੇ ਕਰਕੇ ਹੀ ਪੂਰੇ ਗੁਰ ਪੂਰੇ ਕੀ ਚਾਕਰੀ ਬਿਰਥਾ ਜਾਏ ਨਾ ਕੋਏ। ਤੇ ਬਿਰਥਾ ਨਾ ਉਹ ਪੀੜ ਦਾ ਵੀ ਹੈ, ਜਾਏ ਨਾ ਉਹ ਜਗ੍ਹਾ ਦਾ ਵੀ ਹੈ। ਜਦੋਂ ਪੂਰੇ ਗੁਰੂਆਂ ਦੀ ਸੇਵਾ ਕਰੀਏ ਨਾ,
ਫਿਰ ਬਿਰਥਾ ਪੀੜਾ ਦੀ ਕੋਈ ਜਗ੍ਹਾ ਨਹੀਂ ਰਹਿੰਦੀ। ਮਨੁੱਖ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਪੀੜਾ ਨਹੀਂ ਰਹਿੰਦੀ। ਤਾਂ ਜਿਸ ਤਰ੍ਹਾਂ ਨੌਵੇਂ ਪਾਤਸ਼ਾਹ ਜੀ ਦੇ ਸਮੇਂ ਭਾਈ ਮੀਂਹ ਜੀ ਹੋਏ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਧਮਧਾਨ ਦੇ ਵਿੱਚ ਮਹਾਰਾਜ ਜੀ ਨੇ ਡੇਰਾ ਕੀਤਾ। ਉੱਥੇ ਦਿਨ ਰਾਤ ਹੀ ਬੜੀ ਸੇਵਾ ਕਰਦੇ ਰਹੇ ਪਾਣੀ ਢੋਣ ਦੀ। ਸਿਰ ਦੇ ਉੱਪਰ ਮੁੰਜ ਦੀ ਜੋ ਰੱਸੀ ਉਸ ਨੂੰ ਰੱਖ ਕੇ ਉਸ ਦੇ ਉੱਪਰ ਗਾਗਰ ਲੈ ਕੇ ਆਉਣੀ। ਇਸ ਦੇ ਨਾਲ ਉਹਨਾਂ ਦੇ ਸਿਰ ਦੇ ਵਿੱਚ ਜ਼ਖਮ ਹੋ ਗਏ ਤੇ ਜਦੋਂ ਪਾਣੀ ਪੀਂਦਾ ਰਿਹਾ ਤੇ ਉਹ ਜ਼ਖਮ ਗਲ ਗਏ। ਤੇ ਕਦੀ ਵੀ ਗੁਰਮੁਖਾਂ ਨੇ ਇਸ ਗੱਲ ਨੂੰ ਪ੍ਰਗਟ ਨਹੀਂ ਕੀਤਾ ਕਿ ਮੇਰੇ ਸਿਰ ਦੇ ਵਿੱਚ ਜ਼ਖਮ ਹੋਏ ਆ। ਮਨ ਦੇ ਵਿੱਚ ਇਹ ਇੱਛਾ ਹੋਣੀ ਕਿ ਜੇਕਰ ਮੈਂ ਕਿਸੇ ਨੂੰ ਦੱਸ ਦਿੱਤਾ ਕਿ ਮੇਰੇ ਸਿਰ ਦੇ ਵਿੱਚ ਤੇ ਜ਼ਖਮ ਹੋਇਆ, ਮੇਰੇ ਤੋਂ ਇਹ ਸੇਵਾ ਖੁੱਸ ਜਾਣੀ ਹੈ। ਤੇ ਇੱਕ ਦਿਨ ਮੁੰਜ ਦੀ ਰੱਸੀ ਦੇ ਕਾਰਨ, ਉਸ ਦੀ ਘਰੀਸ ਦੇ ਕਾਰਨ ਐਸੀ ਰਗੜ ਲੱਗੀ ਤੇ ਸਿਰ ਦੇ ਵਿੱਚੋਂ ਖੂਨ ਦੇ ਧੀਰੀਆਂ ਹੀ ਨਿਕਲ ਆਈਆਂ। ਪਰ ਕਿਸੇ ਨੂੰ ਵੀ ਇਸ ਗੱਲ ਨੂੰ ਜਤਾਇਆ ਨਹੀਂ ਕਿ ਮੇਰੇ ਸਿਰ ਦੇ ਉੱਪਰ ਇਤਨਾ ਦੁੱਖ ਹੈ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਕਾਲ ਜਿਹੜੀ ਆ ਪੂਰਨ ਕਰਨੀ ਹੈ, ਜਦੋਂ ਚਾਕਰੀ ਸੇਵਕ ਦੀ ਤੋਂ ਖੁਸ਼ ਹੋ ਗਏ ਮਹਾਰਾਜ ਜੀ, ਮਹਾਰਾਜ ਜੀ ਨੇ ਆਪ ਹੀ ਸੀਸ ਤੋਂ ਪੱਗ ਲਵਾ ਕੇ ਵੇਖਿਆ, ਕਿਹਾ ਭਾਈ ਮੀਂਹ ਇਹ ਤੇਰੇ ਸਿਰ ਦੇ ਉੱਪਰ ਕੀ ਹੋਇਆ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਮੀਂਹ ਤੇਰੀ ਜਿਹੜੀ ਸੇਵਾ ਘਾਲਣਾ ਹੈ ਉਹ ਪੂਰਨ ਹੋਈ ਹੈ, ਤੇਰੀ ਜਿਹੜੀ ਚਾਕਰੀ ਸੇਵਾ ਹੈ ਉਸ ਤੋਂ ਆਪਾਂ ਖੁਸ਼ ਹੋਏ ਆ। ਮਹਾਰਾਜ ਜੀ ਨੇ ਬੜੇ ਜ਼ਿਆਦੇ ਵਰਦਾਨ ਦਿੱਤੇ। ਭਾਈ ਮੀਂਹ ਨੂੰ ਇੱਕ ਗੱਡਾ ਦਿੱਤਾ ਮਹਾਰਾਜ ਜੀ ਨੇ, ਇੱਕ ਸ਼੍ਰੀ ਸਾਹਿਬ ਦਿੱਤੀ ਤੇ ਹੋਰ ਵੀ ਇਸ ਤਰ੍ਹਾਂ ਨਗਾਰਾ ਵੀ ਦਿੱਤਾ ਮਹਾਰਾਜ ਜੀ ਨੇ। ਤੇ ਜਦੋਂ ਦਸਮ ਪਾਤਸ਼ਾਹ ਜੀ ਦਾ ਵੇਲਾ ਆਇਆ, ਕਿਉਂਕਿ ਭਾਈ ਮੀਂਹ ਜੀ ਨੂੰ ਮਸੰਦ ਦੀ ਪਦਵੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਥਾਪ ਦਿੱਤਾ ਸੀ। ਤੇ ਜਦੋਂ ਮਸੰਦਾਂ ਦੀਆਂ ਗਲਤੀਆਂ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਨੰਦਪੁਰ ਸਾਹਿਬ ਦੇ ਵਿੱਚ ਸਾਰੇ ਮਸੰਦਾਂ ਨੂੰ ਹੁਕਮਨਾਮੇ ਸਾਹਿਬ ਜਾਰੀ ਕਰਕੇ ਬੁਲਵਾਇਆ। ਉਹਨਾਂ ਦੇ ਵਿੱਚ ਭਾਈ ਮੀਂਹ ਜੀ ਵੀ ਸਨ। ਅਤੇ ਜਦੋਂ ਭਾਈ ਮੀਂਹ ਜੀ ਨੂੰ ਸੱਦਿਆ ਗਿਆ ਤੇ ਉੱਥੇ ਕਿਹਾ ਭਾਈ ਮੀਂਹ, ਕਿਉਂਕਿ ਉਹਨਾਂ ਤੋਂ ਪਹਿਲਾਂ ਸਾਰੇ ਉਹਨਾਂ ਦੇ ਜਿਹੜੇ ਨਗਾਰਾ ਜਿਤਨੀਆਂ ਵੀ ਬਖਸ਼ਿਸ਼ਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀਤੀਆਂ ਸੀ ਉਹ ਸਾਰੀਆਂ ਹੀ ਖੋਹ ਲਈਆਂ। ਅਤੇ ਕਿਹਾ ਭਾਈ ਮੀਂਹ ਤੇਰੇ ਮਨ ਦੇ ਵਿੱਚ ਕੋਈ ਗਿਲਾ ਨਹੀਂ ਹੈ, ਕੋਈ ਸ਼ਿਕਵਾ ਨਹੀਂ ਹੈ ਕਿ ਤੇਰੇ ਤੋਂ ਆਪਾਂ ਵੱਡੇ ਗੁਰੂਆਂ ਦੀ ਜਿਹੜੀਆਂ ਬਖਸ਼ਿਸ਼ਾਂ ਸੀ ਉਹ ਖੋਹ ਲਈਆਂ। ਅੱਗੋਂ ਭਾਈ ਮੀਂਹ ਜੀ ਬੜੇ ਨਿਮਰਤਾ ਦੇ ਨਾਲ ਕਹਿਣ ਲੱਗੇ ਕਿ ਨਹੀਂ ਮਹਾਰਾਜ, ਸੇਵਕ ਦੀ ਇਸ ਦੇ ਵਿੱਚ ਕੀ ਔਕਾਤ ਹੈ? ਸੇਵਕ ਕਿਸ ਤਰ੍ਹਾਂ ਗਿਲਾ ਕਰ ਸਕਦਾ? ਜੇ ਮਾਲਕ ਆਪਣੀਆਂ ਚੀਜ਼ਾਂ ਆਪ ਲੈ ਲਵੇ, ਇਸ ਦੇ ਵਿੱਚ ਸੇਵਕ ਨੂੰ ਗਿਲਾ ਨਹੀਂ ਕਰਨਾ ਚਾਹੀਦਾ। ਉੱਥੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਹੋਰ ਬਖਸ਼ਿਸ਼ਾਂ ਕੀਤੀਆਂ। ਭਾਈ ਮੀਂਹ ਨੂੰ ਮੀਂਹ ਸਾਹਿਬ ਦੇ ਨਾਲ ਨਿਵਾਜ ਦਿੱਤਾ। ਕਿਹਾ ਕਿ ਭਾਈ ਮੀਂਹ ਤੈਨੂੰ ਵੱਡੇ ਸਤਿਗੁਰਾਂ ਤੋਂ ਮੀਂਹ ਦਾ ਜੋ ਖਿਤਾਬ ਲਿਆ ਸੀ ਕਿ ਜਿੱਥੇ ਵੀ ਜਾਇਆ ਕਰੇਗਾ ਨਾਮ ਦਾ ਮੀਂਹ ਵਰਤਾਇਆ ਕਰੇਗਾ, ਅੱਜ ਤੋਂ ਤੂੰ ਮੀਂਹ ਸਾਹਿਬ ਹੋ ਗਿਆ ਹੈ, ਜਿੱਥੇ ਹੁਣ ਤੂੰ ਸਾਹਿਬ ਦਾ ਹੀ ਹੋ ਕੇ ਰਹਿ ਗਿਆ ਹੈ ਭਾਈ ਮੀਂਹ। ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਗੁਰਪੂਰੇ ਕੀ ਚਾਕਰੀ ਬਿਰਥਾ ਜਾਏ ਨਾ ਕੋਏ, ਜੋ ਪੂਰੇ ਗੁਰੂਆਂ ਦੀ ਚਾਕਰੀ ਸੇਵਾ ਕੀਤੀ ਸੀ ਉਸ ਨੂੰ ਕਦੇ ਬਿਰਥਾ ਨਹੀਂ ਜਾਣ ਦਿੱਤਾ। ਵਿਸ਼ਰਾਮ ਦੇ ਕੇ ਹਜੂਰ ਬਖਸ਼ਿਸ਼ ਕਰਦੇ ਆ। ਮਨ ਕੀਆ ਇੱਛਾ ਪੂਰੀਆ ਪਾਇਆ ਨਾਮ ਨਿਦਾਨ। ਮਹਾਰਾਜ ਜੀ ਦੇ ਜੋ ਨਾਮ ਦਾ ਖਜ਼ਾਨਾ ਹੈ, ਜਦੋਂ ਉਸ ਦੀ ਪ੍ਰਾਪਤੀ ਹੋ ਗਈ, ਮਨ ਕੀਆਂ ਇੱਛਾ ਪੂਰੀਆਂ, ਮਨ ਦੀਆਂ ਜਿਤਨੀਆਂ ਵੀ ਇੱਛਾ ਸਨ ਉਹ ਸਾਰੀਆਂ ਹੀ ਪੂਰਨੀਆਂ ਹੋ ਗਈਆਂ। ਭਾਵੇਂ ਕਿ ਉਹ ਦੁਨਿਆਵੀ ਸੁੱਖ ਦੀਆਂ ਸਨ ਜਾਂ ਮੁਕਤੀ ਦੀ ਕੋਈ ਇੱਛਾ ਸੀ, ਕਲਿਆਣ ਦੀ ਕੋਈ ਇੱਛਾ ਸੀ, ਉਹ ਵੀ ਪੂਰੀ ਹੋ ਗਈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੇਨਾ, ਸੋ ਐਸਾ ਹਰ ਧਿਆਈਆ ਮੇਰੇ ਜੀੜੇ ਤਾਂ ਸਭ ਸੁਖ ਪਾਵਹਿ ਮੇਰੇ ਮਨਾ। ਇਸ ਕਰਕੇ ਮਹਾਰਾਜ ਜੀ ਦੇ ਜਦੋਂ ਨਾਮ ਦਾ ਖਜ਼ਾਨਾ ਪ੍ਰਾਪਤ ਹੋ ਜਾਵੇ, ਉਸ ਨੂੰ ਕਿਸੇ ਵੀ ਗੱਲ ਦੀ ਕੋਈ ਘਾਟ ਨਹੀਂ ਰਹਿੰਦੀ, ਕਿਉਂਕਿ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਵ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭੂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ, ਉਸ ਦੇ ਨਾਮ ਦੇ ਸਿਮਰਨ ਦੇ ਵਿੱਚ 18 ਸਿੱਧੀਆਂ ਹਨ, 9 ਨਿਧੀਆਂ ਹਨ, ਅਨੇਕਾਂ ਹੀ ਖਜ਼ਾਨੇ ਆ। ਹਰੇਕ ਹੀ ਵਸਤੂ ਹੈ ਜੋ ਜਿਸ ਦੀ ਮਨੁੱਖ ਨੂੰ ਇੱਛਾ ਰਹਿੰਦੀ ਹੈ, ਮਹਾਰਾਜ ਜੀ ਦੇ ਨਾਮ ਸਿਮਰਨ ਦੇ ਵਿੱਚੋਂ ਪ੍ਰਾਪਤ ਹੋ ਜਾਂਦੀ ਹੈ। ਤੇ ਜਦੋਂ ਮਹਾਰਾਜ ਜੀ ਦੇ ਨਾਮ ਦਾ ਖਜ਼ਾਨਾ ਪ੍ਰਾਪਤ ਹੋ ਗਿਆ, ਮਨ ਕੀਆਂ ਇੱਛਾ ਪੂਰੀਆਂ, ਜੋ ਮਨ ਦੀਆਂ ਜਿਤਨੀਆਂ ਵੀ ਪ੍ਰਬਲ ਇੱਛਾ ਸੀ ਉਹ ਸਾਰੀਆਂ ਹੀ ਪੂਰਨ ਹੋ ਗਈਆਂ। ਅੰਤਰ ਜਾਮੀ ਸਦਾ ਸੰਗ ਕਰਨਾ ਹਾਰ ਪਛਾਨ। ਜਿਨ੍ਹਾਂ ਨੂੰ
ਇਸ ਨਾਮ ਦਾ ਖਜ਼ਾਨਾ ਪ੍ਰਾਪਤ ਹੋਇਆ ਹੈ ਅੰਤਰਜਾਮੀ ਸਦਾ ਸੰਗ। ਉਹਨਾਂ ਨੇ ਅੰਤਰਜਾਮੀ ਵਾਹਿਗੁਰੂ ਅਕਾਲ ਪੁਰਖ ਹੈ ਜੋ ਉਹਨੂੰ ਸਦਾ ਹੀ ਅੰਗ ਸੰਗ ਜਾਣਿਆ ਹੈ। ਜਹ ਜਹ ਪੇਖੋ ਤਹ ਹਜੂਰ, ਦੂਰ ਕਤਹੁ ਨਾ ਜਾਈ। ਉਹਨਾਂ ਨੂੰ ਫਿਰ ਇਸ ਤਰ੍ਹਾਂ ਕਦੀ ਵੀ ਇਸ ਗੱਲ ਦਾ ਆਭਾਸ ਨਹੀਂ ਹੋਇਆ ਕਿ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਾਡੇ ਤੋਂ ਵੱਖਰਾ ਹੈ। ਉਹਨਾਂ ਨੇ ਸਦਾ ਹੀ ਅੰਗ ਸੰਗ ਜਾਣਿਆ ਹੈ ਅਤੇ ਕਰਣਾ ਹਾਰ ਪਛਾਣਿਆ ਹੈ ਕਿ ਪਰਮੇਸ਼ਰ ਸਾਰੇ ਹੀ ਕਾਰਨਾਂ ਨੂੰ ਕਰਨ ਵਾਲਾ ਹੈ। ਜੋ ਵੀ ਸੰਸਾਰ ਦੀ ਉਪਤ ਤੋਂ ਲੈ ਕੇ ਪਰਲੋ ਤੱਕ ਮਹਾਰਾਜ ਜੀ ਕਰਨ ਵਾਲੇ ਹੈ। ਇਸ ਤਰ੍ਹਾਂ ਕਰਨ ਹਾਰ ਪਛਾਣ ਲਿਆ। ਗੁਰ ਪ੍ਰਸਾਦੀ ਮੁਖ ਉਜਲਾ, ਜਪ ਨਾਮ ਦਾਨ ਇਸਨਾਨ। ਜਿਨ੍ਹਾਂ ਗੁਰੂ ਦੀ ਕਿਰਪਾ ਪ੍ਰਾਪਤ ਕਰਕੇ ਤੇ ਫਿਰ ਮੁਖ ਉਜਲਾ, ਮੁਖਰਾ ਜਿਹੜਾ ਉਹਨਾਂ ਦਾ ਪਵਿੱਤਰ ਇਸ ਲੋਕ ਦੇ ਵਿੱਚ ਵੀ ਅਤੇ ਪਰਲੋਕ ਦੇ ਵਿੱਚ ਵੀ ਮੁਖੜਾ ਉਹਨਾਂ ਦਾ ਉਜਲ ਹੋ ਗਿਆ, ਪਵਿੱਤਰ ਹੋ ਗਿਆ। ਜਪ ਨਾਮ ਦਾਨ ਇਸ਼ਨਾਨ, ਜਿਨ੍ਹਾਂ ਨੇ ਨਾਮ ਜਪ ਕੇ ਦਾਨ ਵੰਡ ਛਕ ਕੇ ਇਸ਼ਨਾਨ ਸੰਜਮ ਦੇ ਨਾਲ ਮਰਿਆਦਾ ਦੇ ਨਾਲ ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਿਆ ਉਹਨਾਂ ਤੇ ਗੁਰੂ ਦੀ ਕਿਰਪਾ ਹੋ ਗਈ ਤੇ ਉਹਨਾਂ ਦਾ ਇਸ ਲੋਕ ਦੇ ਵਿੱਚ ਅਤੇ ਪਰਲੋਕ ਦੇ ਵਿੱਚ ਮੁਖ ਉਜਲਾ ਪਵਿੱਤਰ ਹੋ ਗਿਆ। ਕਾਮ ਕ੍ਰੋਧ ਲੋਭ ਬਿਨਸਿਆ, ਤਜਿਆ ਸਭ ਅਭਿਮਾਨ। ਤੇ ਉਹਨਾਂ ਦੇ ਮਨ ਦੇ ਵਿੱਚ ਜਿਹੜੇ ਵੀ ਵਿਕਾਰ ਸੀ, ਜਿਹੜੇ ਕਦੇ ਵੀ ਜੀਵ ਦੀ ਈਸ਼ ਦੀ ਪ੍ਰਾਪਤੀ ਦੇ ਵਿੱਚ ਬੜੀ ਜ਼ਿਆਦੀ ਰੁਕਾਵਟ ਪਾਉਂਦੇ ਐ, ਐਸੇ ਰੋੜਿਆਂ ਦਾ ਵਿਨਾਸ਼ ਹੋ ਗਿਆ, ਨਾਸ਼ ਹੋ ਗਏ। ਕਾਮ ਕ੍ਰੋਧ ਲੋਭ ਬਿਨਸਿਆ, ਉਹਨਾਂ ਦਾ ਕਾਮ ਕ੍ਰੋਧ ਲੋਭ ਬਿਨਸ ਗਿਆ। ਤਜਿਆ ਸਭ ਅਭਿਮਾਨ, ਸਾਰਾ ਜੋ ਹੰਕਾਰ ਸੀ ਕਿ ਮੈਂ ਇਹ ਕਰ ਸਕਦਾ ਹਾਂ, ਮੈਂ ਉਹ ਕਰ ਸਕਦਾ ਹਾਂ, ਮੇਰੀ ਉਹਨਾਂ ਨੇ ਮਿਟਾ ਹੀ ਦਿੱਤੀ। ਕਿਉਂਕਿ ਜਦੋਂ ਤੱਕ ਮਨੁੱਖ ਮੇਰੀ ਕਰਦਾ ਹੈ ਉਦੋਂ ਤੱਕ ਕਦੇ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੈ। ਹਉਮੈ ਦੀਰਘ ਰੋਗ ਹੈ, ਇਹ ਜਿਹੜਾ ਹਉਮੈ ਦਾ ਵੱਡਾ ਰੋਗ ਹੈ ਖਾਲਸਾ ਜੀ, ਕਦੇ ਵੀ ਇਹ ਮਨ ਦੇ ਵਿੱਚ ਨਾਮ ਨੂੰ ਟਿਕਣ ਨਹੀਂ ਦਿੰਦਾ। ਜਿਵੇਂ ਇੱਕ ਮਿਆਨ ਦੇ ਵਿੱਚ ਦੋ ਸ੍ਰੀ ਸਾਹਿਬਾਂ ਨਹੀਂ ਪਾਈਆਂ ਜਾ ਸਕਦੀਆਂ, ਇਸੇ ਤਰ੍ਹਾਂ ਹੀ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਇਸੇ ਤਰ੍ਹਾਂ ਜਦੋਂ ਹਉਮੈ ਹੋਵੇਗੀ ਮਨ ਦੇ ਵਿੱਚ ਤੇ ਫਿਰ ਉੱਥੇ ਨਾਮ ਨਹੀਂ ਟਿਕੇਗਾ, ਤੇ ਜੇ ਨਾਮ ਟਿਕ ਗਿਆ ਤੇ ਉੱਥੇ ਫਿਰ ਹਉਮੈ ਨਾਮ ਦੀ ਬਿਮਾਰੀ ਰਹੇਗੀ ਨਹੀਂ। ਇਸੇ ਕਰਕੇ ਉਹਨਾਂ ਨੇ ਸਾਰਾ ਹੀ ਆਪਣਾ ਜਿਹੜਾ ਮਨ ਦਾ ਅਹੰਕਾਰ ਸੀ ਉਸ ਨੂੰ ਗਵਾ ਦਿੱਤਾ। ਜੋ ਕਾਮ ਦਾ ਵੇਗ ਸੀ ਉਸ ਦਾ ਦਮਨ ਹੋ ਗਿਆ, ਕ੍ਰੋਧ ਦੀ ਅਗਨੀ ਠੰਡੀ ਪੈ ਗਈ, ਲੋਭ ਦੀਆਂ ਉੱਠਣ ਵਾਲੀਆਂ ਜਿਹੜੀਆਂ ਲਹਿਰਾਂ ਸੀ ਉਹ ਵੀ ਮੱਠੀਆਂ ਹੋ ਗਈਆਂ। ਸਾਰਾ ਜੋ ਹੰਕਾਰ ਸੀ ਉਸ ਨੂੰ ਨਾਸ ਕਰ ਦਿੱਤਾ। ਪਾਇਆ ਲਾਹਾ ਨਾਭ ਨਾਮ, ਪੂਰਨ ਹੋਏ ਕਾਮ। ਤੇ ਨਾਮ ਦੇ ਕਰਕੇ ਉਹਨਾਂ ਨੇ ਇਸ ਲੋਕ ਦੇ ਵਿੱਚ ਸੁੱਖਾਂ ਦਾ ਲਾਹਾ ਪ੍ਰਾਪਤ ਕੀਤਾ, ਨਫਾ ਉਹਨਾਂ ਨੂੰ ਪ੍ਰਾਪਤ ਹੋਇਆ ਸੁੱਖਾਂ ਦਾ। ਤੇ ਪਰਲੋਕ ਦੇ ਵਿੱਚ ਕੀ ਸੀ, ਫਿਰ ਮੁਕਤੀ ਦਾ ਜੋ ਲਾਭ ਸੀ ਉਹ ਪ੍ਰਾਪਤ ਹੋਇਆ। ਪੂਰਨ ਹੋਏ ਕਾਮ, ਕਾਮਨਾਵਾਂ ਦਾ ਹੈ, ਇੱਛਾਵਾਂ ਦਾ, ਜਿਤਨੀਆਂ ਵੀ ਕਾਮਨਾਵਾਂ ਸਨ ਉਹ ਵੀ ਪੂਰੀਆਂ ਹੋ ਗਈਆਂ। ਕਰ ਕਿਰਪਾ ਪ੍ਰਭ ਮੇਲਿਆ, ਦੀਆ ਆਪਣਾ ਨਾਮ। ਤੇ ਗਰੀਬ ਨਵਾਜ ਜੀ ਨੇ ਆਪ ਕਿਰਪਾ ਕਰਕੇ, ਆਪ ਦਇਆ ਕਰਕੇ ਇਸ ਜੀਵ ਦੇ ਉੱਪਰ ਆਪਣੇ ਨਾਲ ਅਭੇਦ ਕੀਤਾ, ਆਪਣਾ ਨਾਮ ਬਖਸ਼ਿਸ਼ ਕਰਕੇ। ਆਵਨ ਜਾਣਾ ਰਹਿ ਗਿਆ, ਆਪ ਹੋਆ ਮਿਹਰਬਾਨ। ਸਾਹਿਬ ਮੇਰਾ ਮਿਹਰਬਾਨ, ਇਹ ਮਹਾਰਾਜ ਜੀ ਦਾ ਗੁਣ ਹੈ ਕਿ ਮਹਾਰਾਜ ਜੀ ਭਾਵੇਂ ਤੇ ਕੋਈ ਸਾਖਤ ਹੋਵੇ, ਗਵਾਰ ਹੋਵੇ ਜਾਂ ਕੋਈ ਨਿੰਦਕ ਹੋਵੇ, ਜਿਹੜਾ ਵੀ ਇਸ ਦਰ ਦੇ ਉੱਪਰ ਆਪਾ ਆਪ ਛੱਡ ਕੇ ਆਪਾ ਭਾਵ ਤੋਂ ਮੁਕਤ ਹੋ ਕੇ ਆ ਜਾਵੇ ਤੇ ਉਸ ਨੂੰ ਮਹਾਰਾਜ ਜੀ ਗਲ ਦੇ ਨਾਲ ਲਾ ਦਿੰਦੇ ਆ, ਉਸ ਦੇ ਉੱਪਰ ਕਿਰਪਾ ਕਰ ਦਿੰਦੇ ਆ। ਤੇ ਜਿਸ ਦੇ ਉੱਪਰ ਇਹ ਪੂਰਨ ਕਿਰਪਾ ਹੋ ਜਾਵੇ, ਜਿਸ ਦੇ ਉੱਪਰ ਮਿਹਰਬਾਨ ਹੋ ਜਾਣ ਮਹਾਰਾਜ ਜੀ, ਉਸ ਦਾ ਆਵਣ ਜਾਣਾ ਰਹਿ ਗਿਆ, ਉਸ ਦਾ ਇਸ ਸੰਸਾਰ ਦੇ ਵਿੱਚ ਜੰਮ ਕੇ ਆਉਣਾ ਤੇ ਮਰ ਕੇ ਜਾਣਾ, ਇਹ ਜਿਹੜਾ ਭਾਰੀ ਦੁੱਖ ਹੈ ਇਸ ਤੋਂ ਰਹਿ ਜਾਂਦੇ ਹਨ। ਸੱਚ ਮਹਿਲ ਘਰ ਪਾਇਆ, ਗੁਰ ਕਾ ਸ਼ਬਦ ਪਛਾਨ। ਤੋ ਸੱਚ ਮਹਿਲ ਘਰ ਪਾਇਆ, ਜਿਨ੍ਹਾਂ ਨੇ ਆਪਣੇ ਅੰਤःਕਰਨ ਦੇ ਵਿੱਚ ਸੱਚ ਮਹਿਲ ਨੂੰ ਪਾ ਲਿਆ, ਜੋ ਅਕਾਲ ਪੁਰਖ ਵਾਹਿਗੁਰੂ ਸੱਚਾ ਮਹਿਲ ਹੈ,
ਤੇ ਉਹਨਾਂ ਨੇ ਫਿਰ ਸੁਖ ਸਰੂਪ ਘਰ ਦੀ ਪ੍ਰਾਪਤੀ ਕਰ ਲਈ। ਗੁਰ ਕਾ ਸ਼ਬਦ ਪਛਾਣ, ਗੁਰੂ ਕਾ ਜੋ ਸ਼ਬਦ ਉਪਦੇਸ਼ ਹੈ ਉਸ ਦੀ ਪਛਾਣ ਕਰਕੇ ਭਗਤ ਜਨਾ ਕੋ ਰਾਖਦਾ ਆਪਣੀ ਕਿਰਪਾ ਧਾਰ। ਤੇ ਗਰੀਬ ਨਵਾਜ ਜੀ ਦਾ ਸ਼ੁਰੂ ਤੋਂ ਹੀ ਸੁਭਾਅ ਰਿਹਾ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਤੇ ਸ਼ੁਰੂ ਤੋਂ ਹੀ ਜੁਗਾ ਜੁਗਾਂਤਰਾਂ ਤੋਂ ਹੀ ਮਹਾਰਾਜ ਜੀ ਆਪਣੇ ਭਗਤ ਜਨਾਂ ਦੀ ਰੱਖਿਆ ਕਰਦੇ ਆਏ ਐ। ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਰਹਿਮਤ ਦਇਆ ਧਾਰ ਕੇ ਸ਼ੁਰੂ ਤੋਂ ਹੀ ਮਹਾਰਾਜ ਜੀ ਆਪਣੇ ਭਗਤ ਜਨਾਂ ਦੀ ਰੱਖਿਆ ਕਰਦੇ ਆ। ਆਪ ਜੀ ਨੇ ਭਗਤ ਪ੍ਰਹਿਲਾਦ ਦੀ ਸਾਖੀ ਸੁਣੀ ਹੋਵੇਗੀ, ਭਗਤ ਰੂਹ ਜੀ ਦੀ ਸਾਖੀ ਸੁਣੀ ਹੈ। ਇਸ ਤਰ੍ਹਾਂ ਜਦੋਂ ਭਗਤ ਪ੍ਰਹਿਲਾਦ ਜੀ ਨੂੰ ਪੜਨ ਭੇਜਿਆ ਸੀ, ਉਹਨਾਂ ਦੇ ਮਾਤਾ ਪਿਤਾ ਨੇ, ਤੇ ਸੰਡਾ ਮਰਕੇ ਦੋ ਗੁਰੂ ਸੀ ਭਗਤ ਪ੍ਰਹਿਲਾਦ ਜੀ ਦੇ, ਤੇ ਉਹ ਪੜਾਇਆ ਕਰਨ ਕਿ ਇਹ ਗੱਲ ਕਿਉਂਕਿ ਪ੍ਰਚਲਿਤ ਕੀਤੀ ਹੋਈ ਸੀ ਕਿ ਜਲੇ ਹਰਨਾਕਸ਼ ਥਲੇ ਹਰਨਾਕਸ਼। ਹਰਨਾਕਸ਼ ਨੇ 12 ਵਾਰ ਪ੍ਰਾਪਤ ਕਰਕੇ ਤੇ ਹਰੇਕ ਥਾਂ ਹੀ ਆਪਣੀ ਦੋਹੀ ਫੇਰ ਦਿੱਤੀ ਸੀ। ਤੇ ਉਸ ਨੇ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਜਿੱਥੇ ਵੀ ਹੋਏ ਮੇਰੀ ਚਰਚਾ ਹੋਵੇ, ਮੇਰਾ ਹੀ ਨਾਮ ਜਪਿਆ ਜਾਵੇ। ਇਸ ਦੁਨੀਆ ਦਾ ਰੱਬ ਤੇ ਹੁਣ ਮੈਂ ਹਾਂ। ਇਸ ਕਰਕੇ ਉਹ ਜਿਹੜਾ ਸੰਡਾ ਅਤੇ ਮਰਕਾ ਸੀ, ਭਗਤ ਪ੍ਰਹਿਲਾਦ ਨੂੰ ਪੱਟੀ ਦੇ ਉੱਪਰ ਲਿਖ ਕੇ ਹਰਨਾਕਸ਼ ਦਾ ਨਾਮ ਪੜਾਇਆ ਕਰਨ, ਪਰ ਭਗਤ ਪ੍ਰਹਿਲਾਦ ਜੀ ਰਾਮ ਰਾਮ ਦਾ ਜਾਪ ਕਰਿਆ ਕਰਦੇ। ਇਸ ਗੱਲ ਤੋਂ ਸੰਡਾ ਮਰਕਾ ਬੜੇ ਜ਼ਿਆਦਾ ਨਾਰਾਜ਼ ਹੋਏ। ਉਹਨਾਂ ਨੇ ਸ਼ਿਕਾਇਤ ਕੀਤੀ ਹਰਨਾਕਸ਼ ਦੇ ਪਾਸ, ਤੇ ਹਰਨਾਕਸ਼ ਨੇ ਬੜੇ ਜ਼ਿਆਦਾ ਤਸੀਹੇ ਦਿੱਤੇ ਭਗਤ ਪ੍ਰਹਿਲਾਦ ਨੂੰ। ਪਰ ਆਖਿਰਕਾਰ ਕੀ ਹੋਇਆ, ਧੰਨ ਅਕਾਲ ਪੁਰਖ ਵਾਹਿਗੁਰੂ ਉਥੇ ਨਰ ਸਿੰਘ ਦਾ ਅਵਤਾਰ ਧਾਰ ਕੇ ਤੇ ਹਰਨਾਕਸ਼ ਨੂੰ ਉਸ ਦੇ 12 ਵਰ ਵੀ ਪੂਰੇ ਕੀਤੇ ਤੇ ਉਸ ਦਾ ਨਾਸ਼ ਵੀ ਕਰ ਦਿੱਤਾ। ਆਪਣੇ ਭਗਤਾਂ ਦੀ ਮਹਾਰਾਜ ਜੀ ਸ਼ੁਰੂ ਤੋਂ ਹੀ ਪੈਜ ਰੱਖਦੇ ਆਏ ਐ। ਇਸ ਕਰਕੇ ਭਗਤ ਜਨਾਂ ਕੋ ਰਾਖਦਾ। ਭਗਤ ਕਿਸੇ ਵੀ ਸਥਿਤੀ ਦੇ ਵਿੱਚ ਹੁਣ, ਕਿਸੇ ਵੀ ਦੁੱਖ ਤਕਲੀਫ ਦੇ ਹੋਣ, ਉਹਨਾਂ ਦੀ ਵਾਹਿਗੁਰੂ ਜੀ ਆਪ ਰੱਖਿਆ ਕਰਦੇ ਆ, ਆਪਣੀ ਕਿਰਪਾ ਆਪਣੀ ਦਇਆ ਨੂੰ ਧਾਰਨ ਕਰਕੇ। ਹਲਤ ਪਲਤ ਮੁਖ ਉਜਲੇ ਸਾਚੇ ਕੇ ਗੁਣ ਸਾਰ। ਹਾਲਤ ਇਸ ਲੋਕ ਦੇ ਵਿੱਚ, ਪਲਤ ਪਰਲੋਕ ਦੇ ਵਿੱਚ ਮੁਖ ਉਜਲੇ, ਉਹਨਾਂ ਦਾ ਮੁਖੜਾ ਪਵਿੱਤਰ ਰਹਿੰਦਾ, ਉਹ ਸਦਾ ਹੀ ਉਜਵਲ ਰਹਿੰਦੇ ਆ। ਸਦਾ ਹੀ ਉਹਨਾਂ ਦਾ ਆਦਰ ਸਤਿਕਾਰ ਰਹਿੰਦਾ ਹੈ, ਸਦਾ ਹੀ ਜਸ ਵਡਿਆਈ ਹੁੰਦੀ ਰਹਿੰਦੀ ਹੈ। ਸਾਚੇ ਕੇ ਗੁਣ ਸਾਰ, ਜੋ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦੀ ਸਾਰ ਕਰਕੇ, ਗੁਣਾਂ ਦੀ ਸੰਭਾਲ ਕਰਕੇ, ਗੁਣਾਂ ਨੂੰ ਗਾ ਕਰਕੇ। ਆਠ ਪਹਿਰ ਗੁਣ ਸਾਰ ਦੇ ਰਤੇ ਰੰਗ ਅਪਾਰ। ਤੇ ਫਿਰ ਉਹ ਅਠੇ ਹੀ ਪਹਿਰੀ ਗੁਣ ਸਾਰ ਦੇ, ਜੋ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਹੈ, ਉਹਨਾਂ ਦੀ ਸੰਭਾਲ ਕਰਦੇ ਆ, ਸੰਭਾਲ ਕਰਦੇ ਆ, ਸਦਾ ਹੀ ਗਾਉਂਦੇ ਰਹਿੰਦੇ ਆ। ਰੱਤੇ ਰੰਗ ਅਪਾਰ, ਜੋ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਹੈ, ਉਸ ਦੇ ਰੰਗ ਦੇ ਵਿੱਚ ਰੰਗੇ ਜਾਂਦੇ ਹਨ। ਪਾਰ ਬ੍ਰਹਮ ਸੁਖ ਸਾਗਰ ਨਾਨਕ ਸਦ ਬਲਹਾਰ। ਤੇ ਪਾਰਾਵਾਰ ਤੋਂ ਰਹਿਤ ਪਰਮੇਸ਼ਰ, ਪਾਰ ਬ੍ਰਹਮ ਜੋ ਪ੍ਰਕਿਰਤੀ ਦੇ ਪਰਸ਼ ਤੋਂ, ਪ੍ਰਕਿਰਤੀ ਦੇ ਪ੍ਰਭਾਵ ਤੋਂ ਜੋ ਰਹਿਤ ਹੈ। ਸੁਖ ਸਾਗਰ, ਸਾਰੇ ਸੁੱਖਾਂ ਦਾ ਉਹ ਸਮੁੰਦਰ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨਾਨਕ ਨਾਮ ਦੀ ਮੋਹਰ ਲਗਾ ਕੇ ਕਹਿੰਦੇ ਆ ਕਿ ਅਸੀਂ ਸਦਾ ਹੀ ਬਲਿਹਾਰ ਜਾਂਦੇ ਹਾਂ। ਸਦ ਨਾਲ ਸੋਦਾ ਵੀ ਸੈਂਕੜੇ ਵਾਰ ਬਲਿਹਾਰ ਕੁਰਬਾਨ ਜਾਂਦੇ ਹਾਂ। ਸ੍ਰੀ ਰਾਗ ਮਹੱਲਾ ਪੰਜਵਾ। ਅੱਗੇ ਹੋਰ ਬਖਸ਼ਿਸ਼ਾਂ ਕਰਦੇ ਆ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਪੂਰਾ ਸਤਿਗੁਰ ਜੇ ਮਿਲੈ ਪਾਈਐ ਸ਼ਬਦ ਨਿਦਾਨ। ਤੋ ਪੂਰਾ ਸਤਿਗੁਰ ਜੇ ਮਿਲੈ, ਜੇ ਕਿਤੇ ਪੂਰਨ ਸਤਿਗੁਰਾਂ ਦੀ ਪ੍ਰਾਪਤੀ ਹੋ ਜਾਵੇ ਤੇ ਫਿਰ ਪਾਈਐ ਸ਼ਬਦ ਨਿਧਾਨ, ਜੋ ਸ਼ਬਦ ਉਪਦੇਸ਼ ਦਾ ਖਜ਼ਾਨਾ ਹੈ ਉਹ ਪ੍ਰਾਪਤ ਹੁੰਦਾ ਹੈ। ਕਰ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮ। ਇਸ ਕਰਕੇ ਆਪਾ ਭਾਵ ਛੱਡ ਕੇ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਬੇਨਤੀਆਂ ਕਰੀਏ। ਕਰ ਕਿਰਪਾ ਪ੍ਰਭ ਆਪਣੀ ਹੈ ਅਕਾਲ ਪੁਰਖ ਵਾਹਿਗੁਰੂ ਗਰੀਬ ਨਵਾਜ ਜੀ, ਸਾਡੇ ਤੇ ਵੀ ਮਹਾਰਾਜ ਜੀ ਕਿਰਪਾ ਕਰੋ, ਸਾਨੂੰ ਵੀ ਏਕ ਕਿਣਕਾ ਹੀ ਦੇ ਦਿਓ ਮਹਾਰਾਜ ਨਾਮ ਦਾ,
ਜੋ ਆਪ ਜੀ ਦਾ ਅੰਮ੍ਰਿਤ ਰੂਪੀ ਨਾਮ ਹੈ, ਇਸ ਦਾ ਇੱਕ ਕਿਣਕਾ ਹੀ ਦੇ ਦਿਓ, ਜਿਸ ਨੂੰ ਜਪ ਕੇ ਆਪਾਂ ਇਸ ਭਵਜਲ ਸੰਸਾਰ ਤੋਂ ਪਾਰ ਲੰਘ ਜਾਈਏ। ਜਪੀਏ ਅੰਮ੍ਰਿਤ ਨਾਮ, ਜੋ ਅੰਮ੍ਰਿਤ ਰੂਪੀ ਨਾਮ ਹੈ ਮਹਾਰਾਜ ਸੱਚੇ ਪਾਤਸ਼ਾਹ, ਉਸ ਨੂੰ ਗੜ ਗੜ ਕਰਕੇ ਪੀ ਜਾਈਏ। ਜਨਮ ਮਰਨ ਦੁਖ ਕਾਟਿਐ, ਲਾਗੈ ਸਹਿਜ ਧਿਆਨ। ਤੇ ਸਹਿਜ ਅਵਸਥਾ ਦੇ ਵਿੱਚ ਹੀ ਸਾਡਾ ਜੋ ਧਿਆਨ ਹੈ ਉਹ ਲੱਗ ਜਾਵੇ, ਤੇ ਜੰਮਣ ਮਰਨ ਦਾ ਜੋ ਭਾਰੀ ਦੁੱਖ ਹੈ ਇਹ ਮਹਾਰਾਜ ਸਾਡਾ ਕੱਟਿਆ ਜਾਵੇ। ਜੋ ਜੰਮ ਕੇ ਫਿਰ ਮਰ ਕੇ ਜੋ ਫਾਹੀ ਪੈਣੀ ਹੈ ਗਲ ਦੇ ਵਿੱਚ ਜਮਾ ਦੀ, ਮਹਾਰਾਜ ਇਹ ਸਾਡੀ ਕੱਟੀ ਜਾਵੇ, ਤੇ ਸਹਿਜ ਅਵਸਥਾ ਦੇ ਵਿੱਚ ਸਾਡਾ ਧਿਆਨ ਲੱਗ ਜਾਵੇ। ਮੇਰੇ ਮਨ ਪ੍ਰਭ ਸਰਨਾਈ ਪਾਏ, ਤੋ ਹੇ ਮੇਰੇ ਮਨ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਤੂੰ ਪੈ ਜਾਣਾ ਕਰ। ਹਰ ਬਿਨ ਦੂਜਾ ਕੋ ਨਹੀਂ, ਏਕੋ ਨਾਮ ਧਿਆਏ। ਤੋ ਹਰੀ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਤੇਰੀ ਰੱਖਿਆ ਕਰਨ ਵਾਲਾ ਹੋਰ ਦੂਜਾ ਕੋਈ ਵੀ ਨਹੀਂ ਹੈ, ਕਿਉਂਕਿ ਜਦੋਂ ਤੂੰ ਜਮਾਂ ਦੇ ਵਸ ਪੈਣਾ ਹੈ, ਇੱਕੋ ਨਾਮ ਹੀ ਹੈ ਜੋ ਜਿਸ ਨੇ ਤੇਰੀ ਰੱਖਿਆ ਕਰਨੀ ਹੈ। ਤਿੱਥੈ ਤੂੰ ਸਮਰੱਥ, ਜਿੱਥੈ ਕੋਇ ਨਾਹਿ, ਉਥੈ ਤੇਰੀ ਰੱਖ ਅਗਨੀ ਉਦਰ ਮਾਹਿ। ਜੋ ਐਸੀ ਉੱਥੇ ਨਰਕਾਂ ਦੀ ਬੜੀ ਭਾਰੀ ਅਗਨੀ ਬਲ ਰਹੀ ਹੋਣੀ ਹੈ, ਜਿੱਥੇ ਕੜਾਏ ਤਪ ਰਹੇ ਹੋਣੇ ਐ, ਥੰਮ ਸੜੇ ਹੋਣੇ ਐ, ਤੇ ਉਥੇ ਇਤਨੀ ਭਾਰੀ ਤਪਸ਼ ਦੇ ਵਿੱਚ ਇੱਕੋ ਅਕਾਲ ਪੁਰਖ ਵਾਹਿਗੁਰੂ ਦਾ ਆਸਰਾ ਹੀ ਹੈ ਜੋ ਨਾਮ ਰੂਪ, ਉਸ ਦੀ ਤੈਨੂੰ ਰੱਖਿਆ ਪ੍ਰਾਪਤ ਹੋਵੇਗੀ, ਉਹ ਹੀ ਤੇਰਾ ਸਹਾਈ ਹੋਵੇਗਾ। ਇੱਕੋ ਨਾਮ ਧਿਆਏ, ਜੋ ਇੱਕ ਅਕਾਲ ਪੁਰਖ ਵਾਹਿਗੁਰੂ ਅਦਵੈਤ ਸਰੂਪ ਪਰਮੇਸ਼ਰ ਹੈ, ਉਸ ਦਾ ਇੱਕੋ ਹੀ ਨਾਮ ਨੂੰ ਧਿਆ ਕੇ ਤੂੰ ਆਪਣੇ ਜਮਾਂ ਦੀ ਫਾਹੀ ਨੂੰ ਮੇਟ ਸਕਦਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਦੂਜਾ ਤੇਰਾ ਕੋਈ ਵੀ ਰੱਖਿਆ ਕਰਨ ਵਾਲਾ ਨਹੀਂ ਹੈ। ਵਿਸ਼ਰਾਮ ਦੇ ਕੇ ਹਜੂਰ ਬਖਸ਼ਿਸ਼ ਕਰਦੇ ਆ। ਕੀਮਤ ਕਹਿ ਨਾ ਜਾਈਐ, ਸਾਗਰ ਗੁਨੀ ਅਥਾਹ। ਤੋ ਕੀਮਤ ਕਹਿਣ ਨਾ ਜਾਈਏ, ਜੋ ਮਹਾਰਾਜ ਜੀ ਅਮੋਲਕ ਹਨ, ਮਹਾਰਾਜ ਜੀ ਦਾ ਨਾਮ ਵੀ ਅਮੋਲਕ ਹੈ, ਤੇ ਇਸ ਦੀ ਕੀਮਤ ਕੋਈ ਕਹੀ ਨਹੀਂ ਜਾ ਸਕਦੀ। ਕੋਈ ਵੀ ਆਪਣੇ ਮੁਖ ਤੋਂ ਕਹਿ ਕੇ ਮਹਾਰਾਜ ਜੀ ਦੇ ਨਾਮ ਦੀ ਅਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਕੀਮਤ ਨਹੀਂ ਕੋਈ ਕਹਿ ਸਕਦਾ। ਹਾਂ, ਇਸ ਮਨ ਦੇ ਬਦਲੇ ਪਰਮੇਸ਼ਰ ਨੂੰ ਪਾਇਆ ਜਾ ਸਕਦਾ ਹੈ। ਜਿਸ ਤਰ੍ਹਾਂ ਭਗਤ ਕਬੀਰ ਜੀ ਆਪਣੀ ਪਾਵਨ ਰਸਨਾ ਤੋਂ ਕਹਿੰਦੇ ਆ, ਕੰਚਨ ਸਿਓ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਜੇ ਕਿਸੇ ਨੇ ਪ੍ਰਾਪਤੀ ਕਰਨੀ ਹੋਵੇ ਨਾ ਪਰਮੇਸ਼ਰ ਨੂੰ, ਇਸ ਕਿਹੜੀ ਕੀਮਤ ਦਿੱਤੀ ਜਾਵੇ, ਉੱਥੇ ਮਨ ਦੇ ਰਾਮ ਲਿਆ ਹੈ ਮੋਲ। ਤੇ ਕਬੀਰ ਸਾਹਿਬ ਕਹਿੰਦੇ ਵੀ ਉੱਥੇ ਫਿਰ ਆਪਣਾ ਜਿਹੜਾ ਮਨ ਆ ਨਾ, ਇਹ ਵੇਚਣਾ ਪੈਂਦਾ ਹੈ ਗੁਰੂ ਸਾਹਿਬ ਜੀ ਦੇ ਅੱਗੇ, ਫਿਰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਸਾਗਰ ਗੁਣੀ ਅਥਾਉ, ਐਸਾ ਜੋ ਪਰਮੇਸ਼ਰ ਸਾਰੇ ਸੁੱਖਾਂ ਦਾ ਸਮੁੰਦਰ ਹੈ, ਗੁਣੀ ਅਥਾਹ, ਜਿਸ ਦੇ ਅਥਾਹ ਹੀ ਸਾਗਰ ਹੈ ਪਰਮੇਸ਼ਰ, ਜਿਸ ਦਾ ਥਾਹ ਨਹੀਂ ਹੈ ਕੋਈ। ਵੱਡ ਭਾਗੀ ਮਿਲ ਸੰਗਤੀ, ਸੱਚਾ ਸ਼ਬਦ ਵਿਸਾਹੋ। ਤੋ ਜਿਹੜੇ ਵੱਡ ਭਾਗੀ, ਵੱਡਿਆਂ ਭਾਗਾਂ ਵਾਲੇ ਐ, ਮਿਲ ਸੰਗਤੀ, ਉਹ ਸੰਗਤ ਦੇ ਵਿੱਚ ਮਿਲ ਕੇ ਸਤ ਸੰਗਤ ਕਰਕੇ ਸੱਚਾ ਸ਼ਬਦ ਵਿਸਾਹੋ। ਉਹ ਸੱਚੇ ਸ਼ਬਦ ਦੀ ਜੋ ਹੈ ਵਿਸਾਹ ਵਿਚਾਰ ਕਰਦੇ ਆ, ਉਹਨਾਂ ਨੂੰ ਵਿਸਾਹੋ, ਉਸ ਦਾ ਵਪਾਰ ਕਰਦੇ ਹਨ। ਕਰ ਸੇਵਾ ਸੁਖ ਸਾਗਰ, ਸਿਰ ਸਾਹਾ ਪਾਤਸ਼ਾਹ। ਸੁੱਖਾਂ ਦੇ ਸਾਗਰ, ਸੁੱਖਾਂ ਦੇ ਸਮੁੰਦਰ ਅਕਾਲ ਪੁਰਖ ਵਾਹਿਗੁਰੂ ਦੀ ਹੈ ਜੀਵ, ਤੂੰ ਸੇਵਾ ਕਰਨਾ ਕਰ। ਸਿਰ ਸਾਹਾ ਪਾਤਸ਼ਾਹ, ਜਿਹੜਾ ਸਾਰਿਆਂ ਦੇ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਸ਼ਾਹਾਂ ਦਾ ਸ਼ਾਹ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਤੂੰ ਸੇਵਾ ਕਰਨਾ ਕਰ। ਚਰਨ ਕਮਲ ਕਾ ਆਸਰਾ, ਦੂਜਾ ਨਾਹੀ ਠਾਉ। ਚਰਨ ਕਮਲ ਕਾ ਆਸਰਾ, ਤੋ ਐਸੇ ਜਦੋਂ ਗੁਰਮੁਖਾਂ ਦੀ ਇਤਨੀ ਅਵਸਥਾ ਬਣ ਜਾਂਦੀ ਹੈ, ਫਿਰ ਉਹਨਾਂ ਨੂੰ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਹੀ ਆਸਰਾ ਰਹਿੰਦਾ ਹੈ, ਦੂਜਾ ਨਾਹੀ ਠਾਉ। ਹੋਰ ਦੂਜੀ ਵੀ ਕੋਈ ਵੀ ਉਹਨਾਂ ਵਾਸਤੇ ਠਾਹਰ ਨਹੀਂ ਰਹਿੰਦੀ, ਹੋਰ ਦੂਜੀ ਕੋਈ ਵੀ ਥਾਂ ਉਹਨਾਂ ਨੂੰ ਜਿਹੜੀ ਆ ਪਾਉਂਦੀ ਨਹੀਂ ਹੈ। ਮੈਂ ਧਰ ਤੇਰੀ ਪਾਰ ਬ੍ਰਹਮ, ਤੇਰਾ ਤਾਨ ਰਹਾਉ। ਇਹ ਪਾਰ ਬ੍ਰਹਮ ਪ੍ਰਕਿਰਤੀ ਦੇ ਸਪਰਸ਼ ਤੋਂ ਪਰੇ ਵਾਹਿਗੁਰੂ ਸੱਚੇ ਪਾਤਸ਼ਾਹ,
ਮੈਨੂੰ ਤੇ ਇੱਕ ਤੇਰੀ ਹੀ ਧਰ ਟੇਕ ਹੈ, ਤੇਰਾ ਹੀ ਆਸਰਾ ਹੈ ਪਰਮੇਸ਼ਰ, ਤੇਰਾ ਤਾਣ ਰਹਾਓ। ਤੇਰੇ ਤਾਣ ਕਰਕੇ ਹੀ, ਤੇਰੇ ਬਲ ਕਰਕੇ ਹੀ ਮੈਂ ਰਹਿੰਦਾ ਹਾਂ। ਤੇਰਾ ਇੱਕੋ ਇੱਕ ਆਸਰਾ ਹੈ ਮਹਾਰਾਜ ਸੱਚੇ ਪਾਤਸ਼ਾਹ, ਜਿਸ ਨੂੰ ਲੈ ਕੇ ਮੈਂ ਸੰਸਾਰ ਦੇ ਉੱਪਰ ਜੀ ਰਿਹਾ ਹਾਂ। ਨਿਮਾਣਿਆ ਪ੍ਰਭ ਮਾਨ ਤੂੰ, ਤੇਰਾ ਸੰਗ ਸਮਾਉ। ਤੇ ਨਿਮਾਣਿਆ ਪ੍ਰਭ ਮਾਣ ਤੂੰ, ਜਿਹੜੇ ਨਿਮਾਣੇ ਆ ਮਹਾਰਾਜ, ਜਿਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਮਾਣ ਸਤਿਕਾਰ ਪ੍ਰਾਪਤ ਨਹੀਂ ਹੈ, ਉਹਨਾਂ ਦਾ ਮਾਣ ਹੈ ਤੂੰ ਅਕਾਲ ਪੁਰਖ ਵਾਹਿਗੁਰੂ, ਤੇਰਾ ਸੰਗ ਸਮਾਓ। ਇਸ ਕਰਕੇ ਸਾਡੀ ਇੱਕੋ ਇੱਕ ਬੇਨਤੀ ਹੈ ਕਿ ਤੇਰੇ ਨਾਲ ਹੀ ਅਭੇਦ ਹੋ ਜਾਈਏ। ਹਰ ਜਪੀਐ ਆਰਾਧੀਐ, ਆਠ ਪਹਿਰ ਗੋਵਿੰਦ। ਹਰ ਜਪੀਏ, ਰਸਨਾ ਕਰਕੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪੀਏ, ਮਨ ਕਰਕੇ ਆਰਾਧਨ ਕਰੀਏ। ਆਠ ਪਹਿਰ ਗੋਵਿੰਦ, ਗੋਵਿੰਦ ਜੋ ਧਰਤੀ ਦਾ ਰਖਣਹਾਰ ਪਰਮੇਸ਼ਰ ਹੈ, ਉਸ ਦਾ ਅਠੇ ਪਹਿਰ ਹੀ ਨਾਮ ਜਿਹੜਾ ਹੈ ਰਸਨਾ ਦੇ ਨਾਲ ਜਪਣਾ ਕਰੀਏ, ਮਨ ਕਰਕੇ ਆਰਾਧਨ ਕਰੀਏ। ਜੀਅ ਪ੍ਰਾਨ ਧਨ ਧਨ ਰੱਖੇ, ਕਰ ਕਿਰਪਾ ਰਾਖੀ ਜਿੰਦ। ਜਿਸ ਅਕਾਲ ਪੁਰਖ ਵਾਹਿਗੁਰੂ ਨੇ ਜੀਵ ਦੇ ਵਿੱਚ ਪ੍ਰਾਣਾਂ ਦਾ ਧਨ ਰੱਖਿਆ ਹੋਇਆ ਹੈ, ਜੀ ਦੇ ਤਨ ਦੇ ਵਿੱਚ ਪ੍ਰਾਣਾਂ ਦਾ ਧਨ ਰੱਖਿਆ ਹੋਇਆ ਹੈ, ਕਰ ਕਿਰਪਾ ਰਾਖੀ ਜਿੰਦ। ਤੇ ਕਿਰਪਾ ਕਰਕੇ ਇਸ ਸਰੀਰ ਦੇ ਵਿੱਚ ਮਹਾਰਾਜ ਜੀ ਨੇ ਜਿੰਦ ਰੱਖੀ ਹੋਈ ਹੈ। ਜਿਹੜੀ ਜਿੰਦ ਵਹੁਟੀ ਹੈ, ਜਿੰਦ ਵਹੁਟੀ ਮਰਨ ਵਾਰ ਲੈ ਜਾਸੀ ਪ੍ਰਣਾਏ। ਜੋ ਜਿੰਦ ਰੂਪ ਜੀਵ ਰੂਪ ਇਸਤਰੀ ਹੈ, ਇਸ ਨੂੰ ਸਰੀਰ ਦੇ ਵਿੱਚ ਟਿਕਾਇਆ ਹੋਇਆ ਹੈ। ਨਾਨਕ ਸਗਲੇ ਦੁਖੋ ਤਾਰਿਨ, ਪ੍ਰਭ ਪਾਰ ਬ੍ਰਹਮ ਬਖਸ਼ਿੰਦ। ਇਸ ਕਰਕੇ ਮਹਾਰਾਜ ਜੀ ਨਾਨਕ ਨਾਮ ਦੀ ਮੋਹਰ ਲਗਾ ਕੇ ਕਹਿੰਦੇ ਆ, ਨਾਨਕ ਸਗਲੇ ਦੁੱਖ ਉਤਾਰਿਨ। ਉਸ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰਿਆਂ ਨੂੰ ਬਖਸ਼ਿਸ਼ਾਂ ਕਰਨ ਵਾਲਾ ਹੈ, ਸਾਰਿਆਂ ਦੇ ਉੱਪਰ ਦਇਆ ਕਰਨ ਵਾਲਾ ਹੈ, ਉਸ ਦੀ ਪ੍ਰਾਪਤੀ ਕਰਕੇ ਉਸ ਦਾ ਨਾਮ ਜਪ ਕੇ ਸਗਲੇ ਦੁੱਖ ਉਤਾਰੀਆਂ। ਜਿਤਨੇ ਵੀ ਪੰਜ ਦੁੱਖ ਹੈ, ਪੰਜ ਦੋਸ਼ ਹੈ, ਇਹ ਸਾਰੇ ਲੈ ਜਾਂਦੇ ਆ, ਉਤਰ ਜਾਂਦੇ ਆ। ਪ੍ਰਭ ਭਰੀਪੂਰਨ ਪਰਮੇਸ਼ਰ ਪਾਰ ਬ੍ਰਹਮ ਬਖਸ਼ਿੰਦ। ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਤੇ ਬਖਸ਼ਿੰਦ, ਬਖਸ਼ਿਸ਼ਾਂ ਦਾ ਮਹਾਰਾਜ ਜੀ ਰਾਜਾ ਸਰੂਪ ਹਨ। ਸ੍ਰੀ ਰਾਗ ਮਹੱਲਾ ਪੰਜਵਾ। ਪ੍ਰੀਤ ਲਗੀ ਤਿਸ ਸੱਚ ਸਿਓ, ਮਰੈ ਨ ਆਵੈ ਜਾਏ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ, ਜਿਨ੍ਹਾਂ ਦੀ ਸੱਚੇ ਨਾਮ ਦੇ ਵਿੱਚ ਪ੍ਰੀਤੀ ਲੱਗੀ ਹੁੰਦੀ ਹੈ, ਪ੍ਰੇਮ ਹੁੰਦਾ ਹੈ, ਉਹਨਾਂ ਦੇ ਬਾਰੇ ਮਹਾਰਾਜ ਜੀ ਕਥਨ ਕਰਦੇ ਆ। ਨਾਵੇ ਛੋੜ ਪ੍ਰੀਤ ਲਗੀ ਤਿਸ ਸੱਚ ਸਿਓ, ਮਰੈ ਨ ਆਵੈ ਜਾਏ। ਜਿਨ੍ਹਾਂ ਦੀ ਪ੍ਰੀਤ ਸੱਚੇ ਨਾਮ ਦੇ ਵਿੱਚ ਲੱਗ ਜਾਂਦੀ ਹੈ ਨਾ, ਤੇ ਉਹਨਾਂ ਦੇ ਫਿਰ ਕਿਸੇ ਵੀ ਪ੍ਰਕਾਰ ਦਾ ਕੋਈ ਦੋਖ ਨਹੀਂ ਰਹਿੰਦਾ, ਕਿਸੇ ਵੀ ਪ੍ਰਕਾਰ ਦਾ ਉਹਨਾਂ ਨੂੰ ਦੁੱਖ ਨਹੀਂ ਰਹਿੰਦਾ। ਚਾਰ ਪ੍ਰਕਾਰ ਦਾ ਦੁੱਖ ਹੁੰਦਾ ਹੈ। ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਾਕਤ ਵਾਰ ਜਮਦੂਤ। ਇਸ ਤਰ੍ਹਾਂ ਜਿਹੜੇ ਚਾਰ ਪ੍ਰਕਾਰ ਦਾ ਦੁੱਖ ਹੈ, ਉਹ ਵੀ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਪਾਉਂਦਾ ਨਹੀਂ ਹੈ। ਪ੍ਰੀਤ ਲੱਗੀ ਤਿਸ ਸੱਚ ਸਿਓ, ਜਿਨ੍ਹਾਂ ਦੀ ਸੱਚੇ ਨਾਮ ਦੇ ਨਾਲ ਪ੍ਰੀਤੀ ਲੱਗੀ ਹੋਈ ਹੈ, ਤੇ ਉਹ ਨਾ ਹੀ ਮਰ ਕਰਕੇ ਇਸ ਸੰਸਾਰ ਤੋਂ ਜਾਂਦੇ ਆ, ਨਾ ਹੀ ਜੰਮ ਕਰਕੇ ਸੰਸਾਰ ਦੇ ਵਿੱਚ ਆਉਂਦੇ ਹਨ। ਨਾਵੇ ਛੋੜਿਆ ਵਿਛੜੈ, ਸਭ ਮਹਿ ਰਹਿਆ ਸਮਾਏ। ਤੇ ਉਹ ਫਿਰ ਕਿਸੇ ਦੇ ਵਿਛੋੜਿਆਂ ਵਿਛੜਦੇ ਨਹੀਂ ਹੈ ਰੱਬ ਤੇ ਨਾਲੋਂ, ਤੇ ਉਹ ਸਦਾ ਹੀ ਨਿਰਲੇਪ ਰਹਿੰਦੇ ਆ ਸੰਸਾਰ ਦੇ ਵਿੱਚ। ਤੇ ਗ੍ਰਹਿ ਉਦਾਸੀ, ਉਹ ਸਦਾ ਹੀ ਗ੍ਰਹਿ ਦੇ ਵਿੱਚ ਗ੍ਰਸਤ ਮਾਰਗ ਨੂੰ ਧਾਰਨ ਕਰਦਿਆਂ ਹੋਇਆ ਉਦਾਸ ਰਹਿੰਦੇ ਆ, ਭਾਵ ਕਿ ਉਪਰਾਮ ਰਹਿੰਦੇ ਆ। ਨਾ ਵਿਛੋੜਿਆ ਵਿਛੜੈ, ਉਹ ਕਿਸੇ ਦੇ ਵੀ ਵਿਛੋੜਿਆਂ ਵਿਛੜਦੇ ਨਹੀਂ ਆ। ਅਕਾਲ ਪੁਰਖ ਵਾਹਿਗੁਰੂ ਤੋਂ ਸਭ ਮਹਿ ਰਹਿਆ ਸਮਾਏ। ਤੇ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਰਿਆਂ ਦੇ ਵਿੱਚ ਵੀ ਸਮਾਇਆ ਹੋਇਆ ਹੈ, ਵਿਆਪਕ ਸਰੂਪ ਹੋ ਕੇ। ਦੀਨ ਦਰਦ ਦੁਖ ਭੰਜਨਾ, ਸੇਵਕ ਕੈ ਸਤ ਪਾਏ। ਦੀਨ ਦਰਦ ਦੁਖ ਭੰਜਨਾ, ਆਪਣੇ ਨਿਮਾਣਿਆ ਸੇਵਕਾਂ ਦਾ ਮਹਾਰਾਜ ਜੀ ਦਰਦ ਦੁੱਖ ਭੰਜਨਾ, ਦਰਦ ਅਤੇ ਦੁੱਖ ਨੂੰ ਭੰਜਨ ਵਾਲੇ, ਨਾਸ਼ ਕਰਨ ਵਾਲੇ ਹਨ। ਸੇਵਕ ਕੈ ਸਤ ਪਾਏ, ਇਹ ਸੇਵਕਾਂ ਦਾ ਜਿਹੜਾ ਸੱਤਾ ਭਾਅ ਹੈ,
ਸਤ ਭਾਵ ਹੈ ਜੋ ਉਹਨਾਂ ਦਾ ਸੱਚਾ ਭਾਵ ਹੈ, ਸੱਚਾ ਪ੍ਰੇਮ ਹੈ, ਉਸ ਦੇ ਕਾਰਨ ਅਚਰਜ ਰੂਪ ਨਿਰੰਜਨ ਗੁਰ ਮੇ ਲਾਇਆ ਮਾਏ। ਤੋ ਇਹ ਮਹਾਰਾਜ ਜੀ ਦਾ ਜੋ ਅਚਰਜ ਰੂਪ ਹੈ ਨਿਰਅੰਜਨੋ, ਜਿਹੜਾ ਮਾਇਆ ਦੀ ਕਾਲਖ ਤੋਂ ਰਹਿਤ ਹੈ, ਗੁਰ ਮੇ ਲਾਇਆ ਮਾਏ। ਤੋ ਐਸਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਨਾ, ਅਚਰਜ ਰੂਪ ਹੈ ਮਾਏ ਸੰਤ ਮਹਾਤਮਾ ਜਨ ਮਾਤਾ ਜੀ, ਇਹ ਗੁਰੂ ਜੀ ਦੀ ਕਿਰਪਾ ਦੇ ਨਾਲ ਮਿਲਾਪ ਹੋਇਆ ਹੈ। ਭਾਈ ਰੇ ਮੀਤ ਕਰੋ ਪ੍ਰਭ ਸੋਏ। ਸੋ ਹੈ ਭਾਈ, ਇਹ ਗੁਰਮੁਖ ਜਨੋ ਮੀਤ ਕਰੋ ਪ੍ਰਭ ਸੋਏ। ਉਹ ਅਕਾਲ ਪੁਰਖ ਵਾਹਿਗੁਰੂ ਜੋ ਸੋਭਾ ਵਾਲਾ ਹੈ, ਉਸ ਨੂੰ ਹੀ ਆਪਣਾ ਮਿੱਤਰ ਬਣਾਉਣਾ ਕਰੋ। ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਾ ਦਿਸੈ ਕੋਏ। ਮਾਇਆ ਮੋਹ ਪ੍ਰੀਤ ਤ੍ਰਿਗ, ਜੋ ਉਹਨਾਂ ਦਾ ਮਾਇਆ ਦੇ ਨਾਲ ਮੋਹ ਹੈ, ਪ੍ਰੀਤੀ ਹੈ ਉਹਨਾਂ ਦੀ ਜਿਨ੍ਹਾਂ ਦੀ, ਪਰ ਵਿਸ਼ੇਸ਼ ਕਰਕੇ ਹਰੇਕ ਦੇ ਨਾਲ ਹੀ ਜਿਨ੍ਹਾਂ ਦੀ ਪ੍ਰੀਤ ਹੈ। ਤ੍ਰਿਗ, ਇਹ ਤੇ ਤ੍ਰਿਗਾਕਾਰ ਹੈ, ਕਿਉਂਕਿ ਜਿਹੜਾ ਖਾਲਸਾ ਜੀ ਇਹ ਸੰਸਾਰ ਹੈ ਨਾ ਸੁਪਨੇ ਵੱਤ ਹੈ, ਸੁਪਨਾ ਸੇਤੀ ਚਿੱਤ ਮੂਰਖ ਲਾਇਆ। ਇਹ ਜਿਹੜਾ ਮੂਰਖ ਮਨੁੱਖ ਹੈ, ਇਸ ਨੇ ਆਪਣਾ ਜਿਹੜਾ ਚਿੱਤ ਇਸ ਸੁਪਨੇ ਰੂਪ ਸੰਸਾਰ ਦੇ ਨਾਲ ਲਾਇਆ ਹੋਇਆ ਹੈ, ਮਾਇਆ ਦੇ ਨਾਲ ਇਸ ਦਾ ਮੋਹ ਪਿਆ ਹੋਇਆ ਹੈ। ਜਿਹੜੇ ਜਿੰਨੇ ਵੀ ਸਰੀਰ ਹੈ ਸਾਰੇ ਮਾਇਆ ਦੇ ਹੀ ਰਚੇ ਹੋਏ ਆ, ਮਾਇਆ ਦੇ ਹੀ ਸਾਰੇ ਸਰੀਰ ਹੈ, ਤੇ ਮਾਇਆ ਸਰੀਰਾਂ ਦੇ ਨਾਲ ਜਿਹੜਾ ਮੋਹ ਕਰਨਾ ਹੈ, ਮਾਇਆ ਦੇ ਨਾਲ ਹੀ ਮੋਹ ਕਰਨਾ ਹੈ। ਸੁਖੀ ਨਾ ਦਿਸੈ ਕੋਏ, ਇਸ ਕਰਕੇ ਕੋਈ ਵੀ ਜਿਹੜਾ ਹੈ ਸੁਖੀ ਨਹੀਂ ਦਿਸਦਾ, ਕਿਉਂਕਿ ਸਾਰਿਆਂ ਨੂੰ ਹੀ ਮੋਹ ਦਾ ਜਿਹੜਾ ਰੋਗ ਹੈ ਚਿੰਬੜਿਆ ਹੋਇਆ ਹੈ। ਵਿਸ਼ਰਾਮ ਦੇ ਕੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ। ਦਾਨਾ ਸਾਰਿਆਂ ਨੂੰ ਦਾਨ ਦੇਣ ਵਾਲਾ ਦਾਤਾ ਹੈ ਪਰਮੇਸ਼ਰ, ਸੀਲਵੰਤ ਸੀਲ ਵਾਲਾ ਹੈ, ਸੀਲ ਸੰਜਮ ਵਾਲਾ ਹੈ। ਨਿਰਮਲ ਰੂਪ ਅਪਾਰ, ਜਿਹੜਾ ਮਲ ਵਿਖੇਪ ਅਵਿਦਿਆ ਅਵਰਨ ਰੂਪੀ ਜਿਹੜੀਆਂ ਮੈਲਾਂ ਇਹਨਾਂ ਤੋਂ ਰਹਿਤ ਹੈ, ਤੇ ਜਿਸ ਦਾ ਅਚਰਜ ਰੂਪ ਹੈ ਪਾਰਾਵਾਰ ਤੋਂ ਰਹਿਤ ਸਰੂਪ ਹੈ। ਸਖਾ ਸਹਾਈ ਅਤ ਵੱਡਾ ਉੱਚਾ ਵੱਡਾ ਅਪਾਰ। ਜੋ ਸਾਰਿਆਂ ਦਾ ਹੀ ਸਖਾ ਹੈ, ਸਹਾਈ ਸਾਰਿਆਂ ਦੀ ਸਹਾਇਤਾ ਕਰਨ ਵਾਲਾ ਹੈ, ਅਤ ਵੱਡਾ ਅਤਿਸ਼ੈ ਕਰਕੇ ਵੱਡਾ ਹੈ ਪਰਮੇਸ਼ਰ, ਤੇ ਉੱਚਾ ਵੱਡਾ ਅਪਾਰ, ਤੇ ਬੜਾ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਉੱਚਾ ਹੈ, ਵੱਡਾ ਹੈ। ਬਾਲਕ ਬਿਰਧ ਨਾ ਜਾਣੀਐ ਨਿਹਚਲ ਤਿਸ ਦਰਬਾਰ। ਤੇ ਉਸ ਦੇ ਵਿੱਚ ਜਿਹੜੀਆਂ ਤਿੰਨ ਅਵਸਥਾ ਮੁੱਖ ਕਰਕੇ ਬਾਲਕ, ਜਵਾਨੀ ਤੇ ਬਿਰਧ, ਇਹ ਤਿੰਨ ਅਵਸਥਾ ਦੇ ਵਿੱਚ ਵੀ ਨਹੀਂ ਜਾਣਿਆ ਜਾਂਦਾ ਪਰਮੇਸ਼ਰ ਨੂੰ। ਇਹ ਪਤਾ ਨਹੀਂ ਪਰਮੇਸ਼ਰ ਨੇ ਕਿਸ ਦੇ ਉੱਪਰ ਬਖਸ਼ਿਸ਼ ਕਰ ਦੇਣੀ ਹੈ, ਭਾਵੇਂ ਉਹ ਬਾਲਕ ਹੋਵੇ, ਭਾਵੇਂ ਜਵਾਨ ਹੋਵੇ, ਤੇ ਭਾਵੇਂ ਕੋਈ ਬਿਰਧ ਹੋਵੇ। ਇਹ ਪਤਾ ਨਹੀਂ ਕਿਸ ਦੇ ਉੱਪਰ ਬਖਸ਼ਿਸ਼ ਕਰ ਦੇਣੀ ਹੈ, ਕਿਸ ਨੇ ਪਰਮੇਸ਼ਰ ਨੂੰ ਜਾਣ ਲੈਣਾ ਹੈ। ਤੇ ਨਿਹਚਲ ਤਿਸ ਦਰਬਾਰ, ਉਸ ਦਾ ਜਿਹੜਾ ਦਰਬਾਰ ਹੈ ਨਿਹਚਲ ਹੈ, ਚਲਾਇਮਾਨਗੀ ਤੋਂ ਰਹਿਤ ਹੈ। ਜੋ ਮੰਗੀਐ ਸੋਈ ਪਾਈਐ ਨਿਧਾਰਾ ਆਧਾਰ। ਜੋ ਵੀ ਮੰਗੋਗੇ ਪਰਮੇਸ਼ਰ ਤੋਂ, ਅਕਾਲ ਪੁਰਖ ਤੋਂ, ਉਹੋ ਹੀ ਭਾਈ ਤੁਹਾਨੂੰ ਪ੍ਰਾਪਤ ਹੋਵੇਗਾ। ਨਿਧਾਰਾ ਆਧਾਰ, ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ, ਜਿਹੜੇ ਨਿਧਾਰ ਹਨ, ਜਿਨ੍ਹਾਂ ਦਾ ਕੋਈ ਵੀ ਆਸਰਾ ਨਹੀਂ ਹੈ ਇਸ ਸੰਸਾਰ ਦੇ ਵਿੱਚ, ਉਹਨਾਂ ਦੇ ਮਹਾਰਾਜ ਜੀ ਆਧਾਰ ਆਸਰੇ ਹਨ। ਜਿਸ ਪੇਖਤ ਕਿਲ ਵਿਖ ਰਹੇ ਮਨ ਤਨ ਹੋਵੇ ਸ਼ਾਂਤ। ਤੇ ਜਿਨ੍ਹਾਂ ਦੇ ਦਰਸ਼ਨ ਦੇ ਨਾਲ ਕਿਲ ਵਿਖ ਰਹੇ, ਜਿਹੜੇ ਨਿਸ਼ਚੇ ਵਾ ਜ਼ਹਿਰ ਰੂਪੀ ਜਿਹੜੇ ਪਾਪ ਹਨ, ਉਹਨਾਂ ਦਾ ਨਾਸ਼ ਹੋ ਜਾਂਦਾ ਹੈ, ਮਨ ਤਨ ਹੋਵੇ ਸ਼ਾਂਤ। ਤੇ ਜਿਹੜੇ ਮਨ ਅਤੇ ਸ਼ਾਂਤ, ਸਰੀਰ ਅਤੇ ਮਨ ਦੋਵੇਂ ਹੀ ਸ਼ਾਂਤ ਹੋ ਜਾਂਦੇ ਹਨ। ਇੱਕ ਮਨ ਏਕ ਧਿਆਈਐ ਮਨ ਕੀ ਲਾਹੇ ਪ੍ਰਾਂਤ। ਇੱਕ ਮਨ ਹੋ ਕੇ ਇੱਕ ਪਰਮੇਸ਼ਰ ਦਾ ਧਿਆਨ ਧਰਨਾ ਕਰੀਏ, ਜਿਸ ਦੇ ਨਾਲ ਮਨ ਕੀ ਲਾਹੇ ਪ੍ਰਾਂਤ, ਮਨ ਦੀ ਜਿਤਨੀ ਵੀ ਜੋ ਮੈਲ ਹੈ ਉਹ ਨਾਸ਼ ਹੋ ਜਾਂਦੀ ਹੈ। ਗੁਣ ਨਿਧਾਨ ਨਵ ਤਨ ਸਦਾ ਪੂਰਨ ਜਾ ਕੀ ਦਾਤ। ਤੋ ਗੁਣਾ ਦਾ ਖਜ਼ਾਨਾ ਪਰਮੇਸ਼ਰ ਵਾਹਿਗੁਰੂ ਨਵ ਤਨ ਸਦਾ, ਸਦਾ ਹੀ ਨਵੀਨ ਹੈ।
ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਪੂਰਨ ਜਾ ਕੀ ਦਾਤ। ਮਹਾਰਾਜ ਜੀ ਦੀ ਜੋ ਦਾਤ ਹੈ ਨਾ ਉਹ ਪੂਰਨ ਹੈ, ਕਦੇ ਵੀ ਅਧੂਰੀ ਨਹੀਂ ਹੈ। ਤੇ ਜਿਸ ਨੂੰ ਇਹ ਦਾਤ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਉਹਨੂੰ ਦੇ ਕੇ ਕਦੇ ਵੀ ਪਛਤਾਉਂਦੇ ਨਹੀਂ ਹੈ, ਤੇ ਨਾ ਹੀ ਕਦੀ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਦਿੱਤੀ ਹੋਈ ਦਾਤ ਕਿਸੇ ਤੋਂ ਮੰਗੀ ਹੈ। ਇਸ ਕਰਕੇ ਪੂਰਨ ਦਾਤਾਰ ਹਨ, ਪੂਰਨ ਦਾਤਾਂ ਨੂੰ ਦੇਣ ਵਾਲੇ। ਸਦਾ ਸਦਾ ਆਰਾਧੀਐ ਦਿਨ ਵਿਸਰਹੁ ਨਹੀਂ ਰਾਤ। ਇਸ ਕਰਕੇ ਐਸੀਆਂ ਬਖਸ਼ਿਸ਼ਾਂ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਸਦਾ ਹੀ ਆਰਾਧਨ ਕਰੀਏ। ਉਸ ਦਾ ਦਿਨ ਵਿਸਰਹੁ ਨਹੀਂ ਰਾਤ, ਨਾ ਹੀ ਦਿਨ ਵਿੱਚ ਐਸਾ ਪਰਮੇਸ਼ਰ ਵਿਸਰ ਨਾ ਕਰੇ ਤੇ ਨਾ ਹੀ ਰਾਤ ਦੇ ਵਿੱਚ। ਜਿਨ ਕੋ ਪੂਰਬ ਲਿਖਿਆ ਤਿਨ ਕਾ ਸਖਾ ਗੋਵਿੰਦ। ਜਿਨ੍ਹਾਂ ਦੇ ਮਸਤਕ ਦੇ ਉੱਪਰ ਨਿਸ਼ਕਾਮ ਕਰਮਾਂ ਕਰਕੇ ਚੰਗੇ ਲੇਖ ਲਿਖੇ ਹੋਏ ਆ, ਤਿਨਕਾ ਸਖਾ ਗੋਵਿੰਦ, ਉਹਨਾਂ ਦਾ ਸਖਾ ਪਰਮੇਸ਼ਰ ਵਾਹਿਗੁਰੂ ਮਿੱਤਰ ਆਪ ਗੋਵਿੰਦ ਹੈ, ਜੋ ਸਾਰੇ ਧਰਤੀ ਦੀ ਰੱਖਿਆ ਕਰਨ ਵਾਲਾ ਹੈ। ਤਨ ਮਨ ਧਨ ਅਰਪੀ ਸਭੋ ਸਗਲ ਵਾਰੀਐ ਇਹ ਜਿੰਦ। ਐਸੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਉੱਪਰ ਆਪਣਾ ਤਨ ਵੀ ਵਾਰ ਦਿਓ, ਮਨ ਵੀ ਵਾਰ ਦਿਓ ਅਤੇ ਧਨ ਵੀ ਵਾਰ ਦਿਓ, ਅਰਪਣ ਕਰ ਦਿਓ। ਸਗਲ ਵਾਰੀਆ ਇਹ ਜਿੰਦ, ਇਹ ਜਿਹੜੀ ਸਾਰਾ ਹੀ ਆਪਾ ਭਾਵ ਹੈ ਸਭ ਕੁਝ ਹੀ ਪਰਮੇਸ਼ਰ ਤੋਂ ਵਾਰ ਦਿਓ। ਦੇਖੈ ਸੁਣੈ ਹਦੂਰ ਸਰਗ ਘਟ ਘਟ ਬ੍ਰਹਮ ਰਵਿੰਦ। ਦੇਖੈ ਸੁਣੈ ਹਦੂਰ ਸਦ, ਸਭ ਕੁਝ ਹੀ ਪਰਮੇਸ਼ਰ ਦੇਖ ਰਿਹਾ ਹੈ। ਜੋ ਸਾਡੇ ਮਨ ਦੇ ਵਿੱਚ ਉੱਠਣ ਵਾਲੇ ਫੁਰਨੇ ਆ ਜਾਂ ਮੁਖ ਤੋਂ ਬੋਲਣ ਵਾਲੇ ਬਚਨ ਉਹਨਾਂ ਨੂੰ ਵੀ ਪਰਮੇਸ਼ਰ ਆਪ ਸੁਣ ਰਿਹਾ। ਹਦੂਰ ਸਦਾ ਹੀ ਹਜੂਰ ਹੈ, ਕਦੇ ਵੀ ਪਰਮੇਸ਼ਰ ਮਨੁੱਖ ਦੇ ਜੀਵ ਤੋਂ ਵੱਖਰਾ ਨਹੀਂ ਹੈ। ਸਦ ਘਟ ਘਟ ਬ੍ਰਹਮ ਰਵਿੰਦ, ਘਟ ਘਟ ਦੇ ਵਿੱਚ ਹਰੇਕ ਪ੍ਰਤੇਕ ਸਰੀਰ ਦੇ ਵਿੱਚ ਪਰਮੇਸ਼ਰ ਉਸ ਬ੍ਰਹਮ ਦਾ ਰਵਿੰਦ ਹੈ, ਰਵਣ ਹੈ, ਉਸ ਦਾ ਵਿਆਪਕ ਸਵਰੂਪ ਹੈ। ਆਕਿਰਤ ਕਨਾਨੋ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ। ਅਕਿਰਤ ਕਨਾਨੋ ਪਾਲਦਾ, ਜਿਹੜੇ ਕਿਤੇ ਕਿਸੇ ਦਾ ਗੁਣ ਕਰਕੇ ਭੁੱਲ ਜਾਣ, ਜਿਹੜੇ ਪਰਮੇਸ਼ਰ ਦਾ ਕੀਤਾ ਹੋਇਆ ਗੁਣ ਭੁਲਾ ਦੇਣ, ਉਹਨਾਂ ਦੀ ਵੀ ਪਰਮੇਸ਼ਰ ਆਪ ਪਾਲਣਾ ਕਰਦਾ ਹੈ। ਨਾਨਕ ਸਦ ਬਖਸ਼ਿੰਦ, ਤੇ ਮਹਾਰਾਜ ਜੀ ਨਾਨਕ ਨਾਮ ਦੀ ਮੋਹਰ ਲਗਾ ਕੇ ਕਹਿੰਦੇ ਕਿ ਅਸੀਂ ਐਸੇ ਪਰਮੇਸ਼ਰ ਤੋਂ ਸਦਾ ਹੀ ਵਾਰਨੇ ਬਲਿਹਾਰਨੇ ਜਾਂਦੇ ਆ, ਸਦ ਸੈਂਕੜੇ ਵਾਰ ਕੁਰਬਾਨ ਜਾਂਦੇ ਹਾਂ। ਇਥੋਂ ਤੱਕ ਮਹਾਰਾਜ ਜੀ ਕਿਰਪਾ ਦੇ ਨਾਲ ਪਾਵਨ ਉਪਦੇਸ਼ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਕਥਾ ਵਿਚਾਰਾ ਕਰਦਿਆਂ ਖਾਲਸਾ ਜੀ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਣੀਆਂ ਸੁਭਾਵਿਕ ਹਨ। ਆਪ ਜੀ ਖਾਲਸਾ ਸਾਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਣਹਾਰ ਹਨ, ਬਖਸ਼ ਲੈਣਾ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਦੇਖੈ ਸੁਣੈ ਹਦੂਰ ਸਦ ਘਟ ਘਟ ਬ੍ਰਹਮ ਰਵਿੰਦ। ਅਕਿਰਤ ਕਨਾਨੋ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।